ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਲੇਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾਂਦਾ ਔਰ ਇਹਦੇ ਵਿੱਚ ਅਸੀਂ ਖਾਸ ਕਰਕੇ ਕੁਝ ਥੋੜ੍ਹੀ ਜਿਹੀ ਜਾਣਕਾਰੀ, ਥੋੜ੍ਹੀ ਜਿਹੀ ਅਵੇਅਰਨੈਸ ਜਾਂ ਥੋੜ੍ਹੀ ਬਹੁਤੀ ਜਿਹੜੀ ਸਾਡੇ ਆਲੇ ਦੁਆਲੇ ਸਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਔਰ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਜਾਂ ਨਵਾਂ ਵਿਸ਼ਾ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। ਸੋ ਇਸ ਵਾਰੀ ਅਸੀਂ ਤੁਹਾਡੀ ਫਰਮਾਇਸ਼ ਦੇ ਉੱਪਰ ਕਿ ਜਾਂ ਤੁਹਾਡੀ ਪੁਰਜੋਰ ਮੰਗ ਸੀਗੀ ਕਿ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ ਜਾਂ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਜਾਂ ਇੰਸ਼ੋਰੈਂਸ ਆਲ ਓਵਰ ਕਿਸ ਤਰ੍ਹਾਂ ਕੰਮ ਕਰਦੀ ਹੈ, ਇੰਸ਼ੋਰੈਂਸ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਸੋ ਉਹਦੇ ਬਾਰੇ ਗੱਲ ਕਰਨ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸਾਡੇ ਵਿਸ਼ਾ ਮਾਹਰ ਬਲਜੀਤ ਢੀਂਡਸਾ ਜੀ ਆਏ ਹੋਏ ਨੇ। ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅਤੇ ਪਹਿਲਾਂ ਉਹਨਾਂ ਦਾ ਕਰੀਏ ਸਵਾਗਤ, ਫਿਰ ਉਹਨਾਂ ਨਾਲ ਕਰਾਂਗੇ ਗੱਲਬਾਤ। ਸੋ ਬਲਜੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਵੀ ਸਾਰੇ ਵਿਊਅਰਸ ਨੂੰ ਗੁੱਡ ਆਫਟਰਨੂਨ। ਬਲਜੀਤ ਜੀ, ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਨਾਲ ਕਮਿਊਨਿਟੀ ਕਨੈਕਸ਼ਨ ਸੋ ਕਮਿਊਨਿਟੀ ਦੇ ਨਾਲ ਸਾਡਾ ਜਿਹੜਾ ਰਾਬਤਾ ਰਹਿੰਦਾ, ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਜਿਹੜੀਆਂ ਸਮੱਸਿਆਵਾਂ ਸਾਨੂੰ ਦਰਪੇਸ਼ ਆਉਂਦੀਆਂ ਨੇ ਉਹਨਾਂ ਬਾਰੇ, ਕਈ ਵਾਰੀ ਬੱਚਿਆਂ ਦੀਆਂ, ਕਈ ਵਾਰੀ ਮਾਪਿਆਂ ਦੀਆਂ, ਕਈ ਵਾਰੀ ਹਸਬੈਂਡ ਵਾਈਫ ਕੌਨਫਲਿਕਟ ਜਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਹੈਗੇ ਆ, ਅਸੀਂ ਸਾਡੇ ਜਿਹੜੇ ਸਮਾਜਿਕ ਵਿਸ਼ੇ ਨੇ ਜੋ ਸਾਨੂੰ ਕੈਨੇਡਾ ਦੇ ਵਿੱਚ ਪੇਸ਼ ਆਉਂਦੇ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਜੀ। ਸੋ ਅੱਜ ਜਿਸ ਤਰ੍ਹਾਂ ਤੁਹਾਡਾ ਵਿਸ਼ਾ ਜਿਹੜਾ ਹੈਗਾ ਉਹ ਇੰਸ਼ੋਰੈਂਸ ਦੇ ਨਾਲ ਰਿਲੇਟਡ ਆ। ਤੁਸੀਂ ਇੰਸ਼ੋਰੈਂਸ ਬ੍ਰੋਕਰ ਹੋ, ਤੁਸੀਂ ਇੱਕ ਕੰਪਨੀ ਨਾਲ ਨਹੀਂ ਕੰਮ ਕਰਦੇ, ਸਾਰੀਆਂ ਕੰਪਨੀਆਂ ਨਾਲ, ਕਿਸੇ ਕੰਪਨੀ ਨਾਲ ਵੀ ਕੰਮ ਕਰ ਸਕਦੇ ਹੋ। ਸੋ ਇਸ ਲਈ ਤੁਹਾਨੂੰ ਅਸੀਂ ਅੱਜ ਤਕਲੀਫ ਦਿੱਤੀ ਹੈ ਕਿ ਆਪਾਂ ਜਿਹੜੇ ਸਾਡੇ ਦਰਸ਼ਕ ਹੈ, ਕੁਝ ਨਿਊ ਇਮੀਗ੍ਰਾਂਟਸ ਹੈਗੇ ਆ, ਕੁਝ ਪੁਰਾਣੇ ਵੀ ਹੈਗੇ ਆ ਜਿਨ੍ਹਾਂ ਨੂੰ ਇਸ ਵਿਸ਼ੇ ਬਾਰੇ ਨਹੀਂ ਪਤਾ। ਸੋ ਆਪਾਂ ਜੇ ਸਟਾਰਟ ਕਰੀਏ ਤਾਂ ਜਿਹੜੀ ਇੰਸ਼ੋਰੈਂਸ ਹੈਗੀ ਆ ਉਹਦਾ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਲਾਈਫ ਇੰਸ਼ੋਰੈਂਸ ਕੀ ਹੁੰਦੀ ਆ ਅਤੇ ਉਹ ਕਿਸ ਤਰ੍ਹਾਂ ਕੰਮ ਕਰਦੀ ਆ ਕੈਨੇਡਾ ਦੇ ਵਿੱਚ। ਹਾਂਜੀ, ਪਹਿਲਾਂ ਤਾਂ ਮੈਂ ਭਾਜੀ ਥੈਂਕ ਯੂ ਕਰਨਾ ਚਾਹੁੰਦੀ ਹਾਂ ਵੀ ਮੈਨੂੰ ਇਸ ਆਪਣੇ ਕਹਿ ਲਓ ਵੀ ਮੱਧਿਆ ਰਾਹੀਂ ਵੀ ਸਾਰੇ ਆਪਣੇ ਵਿਊਅਰਸ ਦੇ ਨਾਲ ਸ਼ੇਅਰ ਕਰੀਏ ਵੀ ਆਪਾਂ ਇੰਸ਼ੋਰੈਂਸ ਜਿਹੜੀ ਆ ਕੀ ਮਹੱਤਤਾ ਰੱਖਦੀ ਆ ਆਪਣੀ ਲਾਈਫ 'ਚ ਅਤੇ ਆਪਾਂ ਨੂੰ ਇਹ ਇੰਸ਼ੋਰੈਂਸ ਲੈਣੀ ਕਿਉਂ ਜ਼ਰੂਰੀ ਆ, ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸ ਆ। ਸੋ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਇੱਥੇ ਵੀ ਜਿੱਦਾਂ ਇੰਸ਼ੋਰੈਂਸ ਜਿਹੜੀ ਆ ਇਟਸ ਏ ਫੰਡਾਮੈਂਟਲ ਕਹਿ ਲਓ ਵੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਜਦੋਂ ਆਪਾਂ ਕਰ ਰਹੇ ਹਾਂ, ਇੰਸ਼ੋਰੈਂਸ ਪਲੇਜ਼ ਅ ਬਿਗ ਰੋਲ ਇਨ ਆਰ ਲਾਈਫ। ਪਹਿਲਾਂ ਜਿੱਦਾਂ ਆਪਾਂ ਕਹਿ ਰਹੇ ਹਾਂ ਵੀ ਇੰਸ਼ੋਰੈਂਸ ਆ ਜਦੋਂ ਆਪਾਂ ਲੈਂਦੇ ਹਾਂ ਇਹ ਆਪਣੀ ਕਹਿ ਲਓ ਵੀ ਫਾਈਨਲ ਐਕਸਪੈਂਸ ਦੇ ਵਿੱਚ ਵੀ ਹੈਲਪ ਕਰਦੀ ਆ, ਬੱਚਿਆਂ ਦੀ ਐਜੂਕੇਸ਼ਨ ਪਲਾਨ ਬਾਰੇ ਵੀ ਹੈਲਪ ਕਰ ਰਹੀ ਆ। ਤੀਸਰਾ ਇਹਦੇ ਵਿੱਚ ਜਿੱਦਾਂ ਵੀ ਆਪਣੀ ਕੋਈ ਡੈਥ ਹੋ ਜਾਂਦੀ ਆ ਆਪਣੇ ਸਪਾਊਸ ਦੀ ਜਾਂ ਆਪਣੇ ਪਾਰਟਨਰ ਦੀ, ਉਹਨਾਂ ਦੀ ਇਨਕਮ ਵੀ ਰਿਪਲੇਸ ਕਰ ਰਹੀ ਆ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਆਪਾਂ ਅੱਜ ਕੱਲ੍ਹ ਘਰ ਬਹੁਤ ਪ੍ਰਾਈਸਾਂ ਬਹੁਤ ਅਪ ਚਲੇ ਗਈਆਂ ਆ, ਰੀਅਲ ਸਟੇਟ ਮਾਰਕੀਟ ਇਜ਼ ਵੈਰੀ ਹਾਟ। ਉਹਦੇ ਵਿੱਚ ਵੀ ਜਿੱਦਾਂ ਆਪਣੀ ਮੌਰਗੇਜ ਕਹਿ ਲਓ ਵੀ ਕੋਈ ਅਨਹੈਪਨ ਹੋ ਜਾਂਦਾ ਫੈਮਿਲੀ ਦੇ ਵਿੱਚ, ਮੌਰਗੇਜ ਨੂੰ ਵੀ ਕਵਰ ਕਰਦੀ ਆ। ਤੀਸਰਾ ਜਿੱਦਾਂ ਹੁਣ ਆਪਾਂ ਦੇਖਦੇ ਆਏ ਹਾਂ ਜਿਵੇਂ ਜਿੱਦਾਂ ਬਹੁਤ ਪੀਪਲ ਜਿਹੜੇ ਆ ਬਿਜ਼ਨਸ ਕਰ ਰਹੇ ਆ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਵੱਡੇ ਬਿਜ਼ਨਸ ਆ, ਉੱਥੇ ਵੀ ਆਪਾਂ ਇੰਸ਼ੋਰੈਂਸ ਬਾਈ ਕਰ ਲੈਂਦੇ ਹਾਂ, ਬਾਈ ਐਂਡ ਸੈਲ ਅਗਰੀਮੈਂਟ। ਔਰ ਜਿੱਦਾਂ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਆਪਣੇ ਪਰਿਵਾਰ ਲਈ ਲੈਗੇਸੀ ਛੱਡ ਕੇ ਜਾਣਾ ਚਾਹੁੰਦੇ ਹਾਂ, ਅਸਟੇਟ ਪਲੈਨਿੰਗਸ। ਸੋ ਅਗੇਨ ਇੰਸ਼ੋਰੈਂਸ ਜਿਹੜੀ ਆ ਪਲੇਜ਼ ਅ ਬਿਗ ਰੋਲ ਇਨ ਆਰ ਲਾਈਫ। ਉਹ ਜਿੱਦਾਂ ਆਪਣੀ ਲਾਈਫ ਜਿਹੜੀ ਕਹਿ ਲਓ ਵੀ ਲਾਈਫ ਸਟੇਜ ਚੇਂਜ ਹੋ ਰਹੀ ਆ, ਉਵੇਂ ਜਿਹੜੀ ਇੰਸ਼ੋਰੈਂਸ ਆ ਉਹਦੀ ਮਹੱਤਤਾ ਜਿਹੜੀ ਆ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਆਪਣੀ ਲਾਈਫ 'ਚ। ਹੁਣ ਤੁਹਾਡਾ ਕੁਐਸਚਨ ਸੀਗਾ ਵੀ ਲਾਈਫ ਇੰਸ਼ੋਰੈਂਸ ਹੈ ਕੀ ਆ। ਲਾਈਫ ਇੰਸ਼ੋਰੈਂਸ ਇਜ਼ ਬੇਸਿਕਲੀ ਇਜ਼ ਐਗਰੀਮੈਂਟ ਬਿਟਵੀਨ ਦ ਕੰਪਨੀ, ਦੀ ਇੰਸ਼ੋਰੈਂਸ ਕੰਪਨੀ ਐਂਡ ਜਿਹੜਾ ਪਰਸਨ ਇੰਸ਼ੋਰੈਂਸ ਬਾਈ ਕਰ ਰਿਹਾ ਆ। ਅਤੇ ਉਹ ਜਿਹੜਾ ਕਾਨਟਰੈਕਟ ਆ ਉਹਦੇ ਵਿੱਚ ਆਪਾਂ ਕਿੱਦਾਂ ਕਹਿੰਦੇ ਆ ਵੀ ਉਹਨਾਂ ਨੇ ਛੋਟਾ ਜਿਹਾ ਪ੍ਰੀਮੀਅਮ ਜਿਹੜਾ ਪੇ ਕਰਨਾ ਹੁੰਦਾ ਆ ਅਤੇ ਉਹਦੇ ਨਾਲ ਜਿਹੜੀ ਆਪਣੀ ਕਵਰੇਜ ਜਿਹੜੀ ਆ ਆਪਾਂ ਬਾਈ ਕਰ ਲੈਂਦੇ ਆ ਵੀ ਉਹ ਜਿਹੜੀ ਕਵਰੇਜ ਲਈ ਆ ਆਪਣੀ ਕਹਿ ਲਓ ਵੀ ਜਿੱਦਾਂ ਆਪਾਂ ਮੈਂਸ਼ਨ ਕੀਤਾ ਆ ਆਪਣੀਆਂ ਜਿਹੜੀਆਂ ਵੱਖ ਲੋੜਾਂ ਆ ਜੀਵਨ ਦੀਆਂ ਉਹਦੇ ਵਿੱਚ ਆਪਾਂ ਨੂੰ ਸਹਾਇਤਾ ਕਰਦੀ ਆ। ਦੈਟਸ ਬੇਸਿਕਲੀ ਇਨ ਅ ਨਟਸ਼ੈਲ ਇਜ਼ ਅ ਲਾਈਫ ਇੰਸ਼ੋਰੈਂਸ ਭਾਜੀ ਜੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਗਿਆ ਕਿ ਲਾਈਫ ਇੰਸ਼ੋਰੈਂਸ
ਦੀ ਪਰਿਭਾਸ਼ਾ ਦੱਸੀ ਔਰ ਇਹ ਕਿੰਨੇ ਟਾਈਪਸ ਦੀ ਹੈਗੀ ਆ, ਕਿੰਨੀਆਂ ਕਿਸਮਾਂ ਨੇ ਇਹਦੀਆਂ? ਜਦੋਂ ਆਪਾਂ ਕਈ ਵਾਰੀ ਨਾਰਮਲ ਰੂਟੀਨ 'ਚ ਗੱਲ ਕਰਦੇ ਹਾਂ ਕਿ ਤੇਰੇ ਕੋਲ ਇੰਸ਼ੋਰੈਂਸ ਹੈਗੀ ਆ, ਲਾਈਫ ਇੰਸ਼ੋਰੈਂਸ ਹੈਗੀ ਆ, ਹਾਂਜੀ, ਸੋ ਉਹਦੇ ਗਾਂ ਜਿਹੜੇ ਵੱਖ-ਵੱਖ ਕੈਟਾਗਰੀਜ਼ ਵੀ ਹੈਗੀਆਂ, ਉਹਨਾਂ ਕੈਟਾਗਰੀਜ਼ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਦਿਓ ਕਿ ਉਹ ਕਿਹੜੀਆਂ ਕੈਟਾਗਰੀਜ਼ ਆਉਂਦੀਆਂ। ਹਾਂਜੀ, ਜਿੱਦਾਂ ਮੇਨ ਕਾਮਨ ਆਪਾਂ ਇੰਸ਼ੋਰੈਂਸ ਕਹਿ ਦਈਏ ਟਾਈਪ ਜਿਹੜੀਆਂ ਆ ਆਪਾਂ ਹਮੇਸ਼ਾ ਮੈਂਸ਼ਨ ਕਰਦੇ ਹਾਂ, ਟਰਮ ਇੰਸ਼ੋਰੈਂਸ and permanent insurance. ਜਿਹੜੀ ਟਰਮ ਇੰਸ਼ੋਰੈਂਸ ਆ ਜੀ ਇਜ਼ ਬੇਸਿਕਲੀ ਯੂ ਕੈਨ ਸੇ ਲਾਈਕ ਜਿੱਦਾਂ ਆਪਾਂ ਟਰਮ ਚੂਜ਼ ਕਰ ਲੈਂਦੇ ਹਾਂ, 10 ਸਾਲ ਦੀ ਚੂਜ਼ ਕਰ ਲੈਂਦੇ ਹਾਂ, 20 ਦੀ, 30 ਦੀ। ਹੁਣ ਤੁਸੀਂ ਬਿਲੀਵ ਕਰੋਗੇ ਵੀ ਯੂ ਕੈਨ ਪਿਕ ਯੋਰ ਓਨ ਟਰਮ। ਤੁਸੀਂ ਕਹਿੰਦੇ ਵੀ ਮੈਨੂੰ ਜਿਹੜੀ ਮੇਰੀ ਲੋੜ ਆ ਉਹ ਸਿਰਫ 17 ਸਾਲ ਵਾਸਤੇ ਆ ਜਾਂ 15 ਸਾਲ ਵਾਸਤੇ ਆ ਜਾਂ 31 ਜਾਂ 32 ਕਹਿ ਲਓ ਵੀ। ਆਪਾਂ ਜਿਹੜੀਆਂ ਟ੍ਰੈਡੀਸ਼ਨਲ ਜਿਹੜੀ ਟਰਮ ਆ ਉਹ ਤੋਂ ਵੀ ਉੱਠ ਕੇ ਆਪਾਂ ਜਿਹੜੀ ਇੰਸ਼ੋਰੈਂਸ ਜਿਹੜਾ ਟਾਈਮ ਫਰੇਮ ਆ ਉਹਨੂੰ ਪਿਕ ਕਰ ਸਕਦੇ ਹਾਂ। ਦੂਸਰਾ ਇਹਦੇ ਵਿੱਚ ਆ ਜਾਂਦਾ ਪਰਮਾਨੈਂਟ ਇੰਸ਼ੋਰੈਂਸ। ਪਰਮਾਨੈਂਟ ਇੰਸ਼ੋਰੈਂਸ ਜਿਹੜੀ ਆ ਬੇਸਿਕਲੀ ਇਟਸ ਫॉर ਯੋਰ ਹੋਲ ਲਾਈਫ। ਉਹ ਤੁਹਾਡੀ ਜਿੰਨਾ ਚਿਰ ਜ਼ਿੰਦਗੀ ਆ ਉਹ ਤੁਸੀਂ ਇੱਕ ਕਿਸਮ ਦਾ ਨਾ ਪਰਮਾਨੈਂਟ ਪਲਾਨ ਲੈ ਲਿਆ ਆ ਜਿਹਦੇ ਨਾਲ ਵੀ ਉਹਦੀ ਕੋਈ ਐਂਡ ਡੇਟ ਨਹੀਂ ਹੈਗੀ, ਉਹ ਐਂਡ ਹੋਣਾ ਆ ਤੁਹਾਡੀ ਲਾਈਫ ਦੇ ਨਾਲ। ਜਦੋਂ ਹੁਣ ਆਪਾਂ ਪਰਮਾਨੈਂਟ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਉਹਦੇ ਵਿੱਚ ਉਹਦੀਆਂ ਬਹੁਤ ਸਾਰੀਆਂ ਕਿਸਮਾਂ ਆ। ਜਿੱਦਾਂ ਤੁਸੀਂ ਪਹਿਲੇ ਮੈਂਸ਼ਨ ਵੀ ਕੀਤਾ ਹੈ ਕਿ ਆਪਣੇ ਜਿਹੜੇ ਵਿਊਅਰਸ ਆ ਕੋਈ ਆਪਣੇ ਨਿਊ ਇਮੀਗ੍ਰੈਂਟ ਹੋ ਸਕਦੇ ਆ ਜਾਂ ਇੱਥੇ ਪਹਿਲਾਂ ਰਹਿੰਦੇ ਵੀ ਆ ਦੇਰ ਤੋਂ, ਪਰ ਜਿਹੜਾ ਇੰਸ਼ੋਰੈਂਸ ਟਾਪਿਕ ਹੈ ਇਜ਼ ਅ ਵੈਰੀ ਵੈਰੀ ਕੰਪਲੈਕਸ ਟਾਪਿਕ ਕਰਕੇ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਇੰਸ਼ੋਰੈਂਸ ਆ ਜਿਹਦੇ ਦਾ ਆਪਾਂ ਜ਼ਿਕਰ ਕਰਨਾ। ਆਪਾਂ ਨੇ ਇਸੇ ਕਰਕੇ ਅੱਜ ਟੌਪਿਕ ਚੁਣਿਆ ਨੇ ਕਿ ਇਹਦੇ ਵਿੱਚ ਜਿਹੜੀ ਹੈ ਕਈ ਵਾਰੀ ਕੰਪਲੈਕਸਿਟੀ ਬਹੁਤ ਜ਼ਿਆਦਾ ਹੈਗੀ ਆ, ਸਾਡੀ ਸਮਝ ਤੋਂ ਬਾਹਰ ਹੁੰਦਾ ਕਿ ਅਸੀਂ ਕਿਹੜੀ ਇੰਸ਼ੋਰੈਂਸ ਲੈਣੀ ਵੀ ਹੈ ਜੀ ਨਹੀਂ ਲੈਣੀ, ਜੇ ਲੈਣੀ ਆ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ। ਸੋ ਇਹ ਸਾਰੇ ਜਿਹੜੇ ਸਾਡੇ ਨਿਊ ਇਮੀਗ੍ਰੈਂਟਸ ਹੈਗੇ ਆ ਜਾਂ ਜਿਹੜੇ ਪੁਰਾਣੇ ਹੈਗੇ ਜਿਨ੍ਹਾਂ ਨੇ ਸਾਡੀ ਇੰਸ਼ੋਰੈਂਸ ਨਹੀਂ ਕਰਾਈ, ਸੋ ਅਸੀਂ ਇੱਥੇ ਕੋਈ ਵਕਾਲਤ ਨਹੀਂ ਕਰ ਰਹੇ ਕਿ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਬਲਜੀਤ ਜੀ ਕੋਲੇ ਕਰਵਾਉਣੀ ਹੈ। ਜਸਟ ਲਾਈਕ ਐਜੂਕੇਸ਼ਨਲ ਤੌਰ 'ਤੇ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੀ ਇੱਕ ਆਪਾਂ ਲਾਈਫ ਇੰਸ਼ੋਰੈਂਸ ਦੀ ਅੱਜ ਗੱਲਬਾਤ ਕਰ ਰਹੇ ਹਾਂ, ਇਹਦੇ ਹੋਰ ਬਹੁਤ ਸਾਰੇ ਪੱਖ ਨੇ, ਬਹੁਤ ਸਾਰੀਆਂ ਕਿਸਮਾਂ ਨੇ ਇੰਸ਼ੋਰੈਂਸ ਦੀਆਂ। ਉਹਨਾਂ ਵਿੱਚ ਆਉਣ ਵਾਲੇ ਪ੍ਰੋਗਰਾਮ ਹੈ ਜਿਵੇਂ ਤੁਹਾਡਾ ਰਿਸਪੌਂਡ ਹੋਵੇਗਾ ਉਸ ਤਰ੍ਹਾਂ ਗੱਲਬਾਤ ਕਰਾਂਗੇ, ਪਰ ਅੱਜ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਹਾਂ। ਸੋ ਬਲਜੀਤ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਰਮ ਇੰਸ਼ੋਰੈਂਸ ਤੇ ਇੱਕ ਪਰਮਾਨੈਂਟ ਇੰਸ਼ੋਰੈਂਸ ਹੈ ਨਾ, ਸੋ ਇਹਦੇ ਵਿੱਚ ਥੋੜ੍ਹਾ ਜਿਹਾ ਹੋਰ ਸਾਨੂੰ ਡਿਫਰੈਂਸ ਦੱਸੋ, ਇਹ ਫ਼ਰਕ ਕੀ ਆ ਦੋਨਾਂ ਦੇ ਵਿੱਚ, ਔਰ ਕੀ ਇਹਦੀ ਕਾਸਟ 'ਚ ਫ਼ਰਕ ਪੈਂਦਾ ਜਾਂ ਕੋਈ ਬੈਨੀਫਿਟ ਦੇ ਵਿੱਚ ਫ਼ਰਕ ਪੈਂਦਾ, ਜਾਂ ਆਪਾਂ ਨੂੰ ਟਰਮ ਇੰਸ਼ੋਰੈਂਸ ਲੈਣੀ ਜਿਹੜੀ ਹੈਗੀ ਆ ਉਹ ਫਾਇਦੇਮੰਦ ਆ ਜਾਂ ਜਿਹੜੀ ਪਰਮਾਨੈਂਟ ਆ ਉਹ ਲੈਣੀ ਫਾਇਦੇਮੰਦ ਆ? ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂਜੀ, ਇਟਸ ਅ ਗ੍ਰੇਟ ਕੁਐਸਚਨ। ਸੋ ਟਰਮ ਇੰਸ਼ੋਰੈਂਸ ਜਿਹੜੀ ਵਾ ਜੀ, ਜਦੋਂ ਆਪਾਂ ਇੰਸ਼ੋਰੈਂਸ ਬਾਈ ਕਰਦੇ ਹਾਂ ਆਪਣੀ ਜਿਹੜੀ ਲੋੜ ਦੇ ਮੁਤਾਬਕ ਆਪਾਂ ਇੰਸ਼ੋਰੈਂਸ ਲੈਂਦੇ ਹਾਂ। ਕਿਉਂਕਿ ਇੱਥੇ ਕਈ ਵਾਰੀ ਆਪਣੇ ਇੱਦਾਂ ਵੀ ਸੁਣਨ ਵਿੱਚ ਆਇਆ, ਕਈ ਵਾਰੀ ਮੈਨੂੰ ਫੋਨ ਆਉਂਦਾ ਆ ਵੀ ਬਲਜੀਤ ਜੀ ਮੇਰੇ ਫਰੈਂਡ ਜਿਹੜੇ ਆ ਉਹਨਾਂ ਨੇ $1 ਮਿਲੀਅਨ ਦੀ ਇੰਸ਼ੋਰੈਂਸ ਲਈ ਆ ਅਤੇ ਤੁਸੀਂ ਸਿਰਫ ਉਹਨਾਂ ਤੋਂ $87 ਚਾਰਜ ਕਰ ਰਹੇ ਹੋ। ਸੋ ਹੁਣ ਮੈਂ ਸੇਮ $1 ਮਿਲੀਅਨ ਦੀ ਇੰਸ਼ੋਰੈਂਸ ਲੈ ਰਿਹਾ ਹਾਂ, ਪਰ ਮੈਂ ਉਹਦੇ ਤੋਂ 7 ਸਾਲ ਵੱਡਾ ਹਾਂ। ਸੋ ਮੈਨੂੰ ਤੁਸੀਂ ਜਿਹੜੇ ਪੈਸੇ ਆ ਮੇਰੇ ਤੋਂ ਜ਼ਿਆਦਾ ਚਾਰਜ ਕਰ ਰਹੇ ਆ। ਸੋ ਜਿਹੜੀ ਇੰਸ਼ੋਰੈਂਸ ਆ, ਪਹਿਲਾਂ ਤਾਂ ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਜੀ ਵੀ ਜਿਹੜੀ ਇੰਸ਼ੋਰੈਂਸ ਆ ਇਜ਼ ਜਿਹੜਾ ਕਾਸਟ ਆ ਕਹਿ ਲਓ ਇੰਸ਼ੋਰੈਂਸ ਦਾ, ਇਜ਼ ਡਿਪੈਂਡਸ ਔਨ ਡਿਫਰੈਂਟ ਫੈਕਟਰਸ। ਆਪਣਾ ਜੈਂਡਰ ਕੀ ਆ, ਆਪਣੀ ਏਜ ਕਿੰਨੀ ਆ, ਆਪਣੀ ਕਹਿ ਲਓ ਵੀ ਜਿਹੜੀ ਫੈਮਿਲੀ ਹਿਸਟਰੀ ਕਿੱਦਾਂ ਆ, ਆਪਣੀ ਹੈਲਥ, ਆਪਣੀ ਓਨ ਹਿਸਟਰੀ ਕਿਵੇਂ ਆ, ਅਤੇ ਉਹਦੇ 'ਤੇ ਸਾਰੇ ਤਾਂ ਆਪਾਂ ਕਵਰੇਜ ਕਿੰਨੀ ਲੈ ਰਹੀ ਆ, ਆਪਾਂ ਟਰਮ ਕਿੰਨੀ ਲੈ ਰਹੀ ਆ। ਹੁਣ ਜਦੋਂ ਆਪਾਂ ਕੁਐਸਚਨ ਟਰਮ ਦਾ ਪੁੱਛ ਰਹੇ ਸੀਗੇ ਵੀ ਟਰਮ ਇੰਸ਼ੋਰੈਂਸ ਕੀ ਆ, ਸੋ ਇਹਦੇ ਵਿੱਚ ਜਿੱਦਾਂ ਆਪਾਂ ਮੈਂਸ਼ਨ ਕੀਤਾ ਆ ਵੀ ਆਪਾਂ ਟਰਮ ਨਾ ਪਿਕ ਕਰ ਸਕਦੇ ਹਾਂ ਆਪਣੀ ਓਨ ਟਰਮ, ਆਪਣੇ ਨੀਡ ਦੇ ਮੁਤਾਬਿਕ। ਸੋ ਇਟਸ ਅ ਵੈਰੀ ਵੈਰੀ ਪਰਸਨਲ ਇੰਸ਼ੋਰੈਂਸ ਕਹਿ ਸਕਦੇ ਹਾਂ। ਟਰਮ ਇੰਸ਼ੋਰੈਂਸ ਇਜ਼ ਅ ਵੈਰੀ ਪਾਪੂਲਰ ਇੰਸ਼ੋਰੈਂਸ, ਰਾਈਟ, ਕਰਕੇ ਇਹਦੇ ਵਿੱਚ ਥੋੜ੍ਹਾ ਜਿਹਾ ਕਾਸਟ ਇਫੈਕਟਿਵ ਵੀ ਆਪਾਂ ਕਹਿ ਸਕਦੇ ਹਾਂ। ਉਹਦੇ ਤੋਂ ਕਹਿਣ ਦਾ ਮੇਰਾ ਕੀ ਮਤਲਬ ਆ, ਕਾਸਟ ਇਫੈਕਟਿਵ ਵੀ ਇਜ਼ ਲਾਈਕ I won't say cheap insurance, but it's a very straightforward insurance. ਇਹਦੇ ਵਿੱਚ ਕੋਈ ਵੀ ਓਲਾ ਨਹੀਂ, ਇਹਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈਗੀ। ਆਪਾਂ ਜੇ ਕਹਿ ਲਓ ਵੀ 5 ਲੱਖ ਦੀ ਇੰਸ਼ੋਰੈਂਸ ਲਈ ਆ, ਟਰਮ ਆਪਾਂ 20 ਲੈ ਲਈ ਆ, ਅੱਜ ਆਪਣੀ ਉਮਰ ਹੈਗੀ ਆ 35 ਸਾਲ। ਸੋ ਇਹਦਾ ਮਤਲਬ ਕੀ ਹੋਇਆ ਵੀ ਆਪਾਂ ਨੂੰ ਅਗਲੇ ਆਪਣੀ ਏਜ 55 ਸਾਲ ਤੱਕ ਆਪਾਂ ਨੂੰ ਇਸ ਇੰਸ਼ੋਰੈਂਸ ਨੇ ਕਵਰ ਕਰਨਾ ਆ। ਹੁਣ ਜਿਹੜਾ 20 ਸਾਲ ਦੀ ਆਪਾਂ ਟਰਮ ਲਈ ਆ ਜੀ, ਅਗਰ ਆਪਾਂ ਨੂੰ ਕੁਛ ਹੋ ਜਾਂਦਾ ਆ ਵੀ ਕੋਈ ਆਪਾਂ ਨੂੰ ਅਨਹੈਪਨਡ ਹੋ ਜਾਂਦਾ ਆ, ਕਲੇਮ ਆ ਜਾਂਦਾ ਆ, ਉਹਨਾਂ 20 ਸਾਲਾਂ ਦੇ ਵਿੱਚ ਦੈਟ ਮੀਨ ਦਾ ਕਲੇਮ ਵਿਲ ਗੈਟ ਪੇਡ। ਪਰ ਅਗਰ ਆਪਾਂ 20 ਸਾਲ ਦੀ ਟਰਮ ਲਈ ਆ, ਉਸ ਤੋਂ ਬਾਅਦ ਵਿੱਚ ਆਪਾਂ ਰੀਨਿਊ ਨਹੀਂ ਕਰਾਈ ਹੈਗੀ ਆਪਣੀ ਟਰਮ, ਦੈਨ ਦੀ ਇੰਸ਼ੋਰੈਂਸ ਇਜ਼ ਡਨ।
ਸੋ ਇੱਕ ਕਹਿ ਲਓ ਵੀ 20 ਸਾਲ ਤੋਂ 1 ਘੰਟਾ ਵੀ ਓਵਰ ਹੋ ਗਿਆ ਦੈਨ ਇੰਸ਼ੋਰੈਂਸ ਇਜ਼ ਡਨ ਜੀ ਯਾ ਸੋ ਉਹਦਾ ਕੋਈ ਜਦੋਂ ਆਪਾਂ ਤੁਸੀਂ ਜਿਹੜਾ ਹੈਗਾ 20 ਈਅਰ ਦੀ ਤੁਸੀਂ ਕਵਰੇਜ ਦੀ ਦੱਸੀ ਹੈਗੀ ਆ ਟਰਮ ਇੰਸ਼ੋਰੈਂਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਹਾਂਜੀ ਸੋ ਉਹਦੇ 'ਚ ਕੀ ਕੋਈ ਆਪਾਂ ਨੂੰ ਬੈਨੀਫਿਟ ਹੈਗਾ ਕੀ ਆਪਣੀ ਕੋਈ ਸੇਵਿੰਗ ਹੁੰਦੀ ਆ ਕੀ ਆਪਣਾ ਕੋਈ ਉਹਦੇ 'ਚ ਕੋਈ ਫੰਡ ਜਮ੍ਹਾਂ ਹੁੰਦਾ ਜਾਂ ਉਹ ਕਿਸ ਤਰ੍ਹਾਂ ਵਰਕ ਕਰਦਾ ਜਿਹੜਾ ਆਪਾਂ ਪ੍ਰੀਮੀਅਮ ਪੇ ਕਰਦੇ ਹਾਂ ਹਾਂਜੀ ਅਗੇਨ ਇਜ਼ ਅ ਗ੍ਰੇਟ ਕੁਐਸਚਨ ਬਿਕਾਜ਼ ਕਈ ਵਾਰੀ ਆਪਾਂ ਨੂੰ ਕਹਿ ਲਓ ਵੀ ਮਿਸਕਨਸੈਪਸ਼ਨ ਆ ਵੀ ਆਪਣੀ ਸ਼ਾਇਦ ਸਾਨੂੰ ਨਾ ਵੀ ਸਾਨੂੰ ਵਾਪਸ ਪੈਸੇ ਮਿਲਣਗੇ ਇਹਦੇ ਵਿੱਚੋਂ ਇੰਸ਼ੋਰੈਂਸ ਜਿਹੜੀ ਕਰਾਈ ਆ ਅਗਰ ਆਪਾਂ ਟਰਮ ਇੰਸ਼ੋਰੈਂਸ ਕਰਾਈ ਆ ਵਿਦਆਊਟ ਰਿਟਰਨ ਆਫ ਪ੍ਰੀਮੀਅਮ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਸੇਵਿੰਗ ਨਹੀਂ ਹੈਗੀ ਦਿਸ ਇੰਸ਼ੋਰੈਂਸ ਇਜ਼ ਵੈਰੀ ਬੇਸਿਕ ਇੰਸ਼ੋਰੈਂਸ but very popular insurance. And what I mean by that is a very like a black and white, straightforward insurance. ਆਪਾਂ 20 ਸਾਲ ਦੀ ਟਰਮ ਕਰਾਈ ਆ ਆਪਾਂ ਨੂੰ 20 ਸਾਲ ਆਪਾਂ ਕਵਰ ਆ ਉਸ ਤੋਂ ਬਾਅਦ ਵਿੱਚ ਅਗਰ ਆਪਾਂ ਰੀਨਿਊ ਨਹੀਂ ਕਰਾਈ ਹੈਗੀ ਤੇ ਆਪਣੀ ਕਿਸੇ ਕਾਰਨ ਕਰਕੇ ਡੈਥ ਹੋ ਜਾਂਦੀ ਆ then there is no claim because the insurance policy is expired after 20 years. ਸੋ ਇਹਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈਗੀ ਜਿੱਦਾਂ ਤੁਸੀਂ ਕੁਐਸਚਨ ਪੁੱਛਿਆ ਵਾ ਜੀ ਤੇ ਇਹਦੇ ਵਿੱਚ ਕੋਈ ਆਪਣੀ ਸੇਵਿੰਗ ਨਹੀਂ ਹੈਗੀ ਇੰਸ਼ੋਰੈਂਸ ਜਿੰਨੇ ਦੀ ਆਪਾਂ ਟਰਮ ਲਈ ਆ then the insurance is basically finished expires ਸੋ ਟਰਮ ਇੰਸ਼ੋਰੈਂਸ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਜਿੰਨਾ ਚਿਰ ਅਸੀਂ ਪੇ ਕੀਤੇ ਉਹਨਾਂ ਚਿਰ ਕਵਰਡ ਹਾਂਜੀ ਜਿਸ ਦਿਨ ਸਾਡੀ ਪੇਮੈਂਟ ਸਟਾਪ ਹੋ ਗਈ ਜਾਂ ਜਿਸ ਦਿਨ ਟਰਮ ਸਾਡੀ ਓਵਰ ਹੋ ਗਈ the very next day we are not covered that's correct ਉਸ ਤੋਂ ਬਾਅਦ ਤੁਹਾਡੀ ਉਹ ਜਿਹੜੀ ਹੈਗੀ ਆ ਕਵਰੇਜ ਖਤਮ ਹੋ ਜਾਂਦੀ ਆ ਸੋ ਜਿਹੜੀ ਲਾਈਫ ਇੰਸ਼ੋਰੈਂਸ ਦਾ ਉਹ ਕਿਸ ਤਰ੍ਹਾਂ ਚੱਲਦੀ ਹੈ ਕੀ ਇਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕਾਸਟ ਜਾਂ ਜਿਹਨੂੰ ਪ੍ਰੀਮੀਅਮ ਕਹਿ ਦਿੰਦੇ ਆ ਉਹ ਡਿਫਰੈਂਸ ਹੁੰਦਾ ਬਿਗ ਡਿਫਰੈਂਸ ਹੁੰਦਾ ਜਾਂ ਥੋੜਾ ਡਿਫਰੈਂਸ ਹੁੰਦਾ ਤੇ ਇਹਦੇ ਜਿਹੜੇ ਲਾਈਫ ਇੰਸ਼ੋਰੈਂਸ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਜਿਹੜੀ ਫੁੱਲ ਟਾਈਮ ਜਿਹਨੂੰ ਆਪਾਂ ਕਹਿ ਲਈਏ ਲਾਈਫ ਟਾਈਮ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਸੋ ਕਾਸਟ ਦਾ ਕੁਐਸਚਨ ਹੈ ਜੀ ਦੀ ਕਾਸਟ ਜਿਹੜੀ ਆਪਣੀ ਨੈਚੁਰਲੀ ਟਰਮ ਇੰਸ਼ੋਰੈਂਸ ਜਿਹੜੀ ਆ ਆਪਾਂ ਜਦੋਂ ਬਾਈ ਕਰਦੇ ਆ ਇਜ਼ ਐਕਚੁਅਲੀ ਬੇਸਿਕ ਇੰਸ਼ੋਰੈਂਸ ਹੋਣ ਦੇ ਕਰਕੇ ਵੀ ਇਹਦੇ ਵਿੱਚ ਕੋਈ ਵੀ ਓਲਾ ਨਹੀਂ ਹੈਗਾ ਇਜ਼ ਬਲੈਕ ਐਂਡ ਵਾਈਟ ਇਹਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈਗੀ ਇਹ ਇੱਕ ਕਿਸਮ ਜਿੱਦਾਂ ਆਪਾਂ ਰੈਂਟ ਦੇ ਰਹੇ ਆ ਜੀ ਆਪਾਂ ਰੈਂਟ ਬੇਸਮੈਂਟ ਕੀਤੀ ਹੈ ਜਾਂ ਆਪਾਂ ਕਹਿ ਲਓ ਵੀ ਯੂਨਿਟ ਆਪਾਂ ਰੈਂਟ ਕੀਤਾ ਆ ਜਿੰਨਾ ਚੱਕਰ ਆਪਾਂ ਰੈਂਟ ਪੇ ਕਰ ਰਹੇ ਆ ਉਹਨਾਂ ਚੱਕਰ ਆਪਾਂ ਉਹਦੇ ਯੂਨਿਟ ਵਿੱਚ ਸਟੇ ਕਰ ਸਕਦੇ ਆ ਸੋ ਸੇਮ ਅਪਲਾਈਜ਼ ਟੂ ਯੋਰ ਟਰਮ ਇੰਸ਼ੋਰੈਂਸ ਇਹ ਹੈਗੀ ਚੀਪ ਆ ਰਾਈਟ ਬਿਕਾਜ਼ ਇਹ ਬੇਸਿਕਲੀ ਟਰਮ ਕਵਰ ਕਰਦੀ ਆ ਵੀ 10 ਤੋਂ 15 ਸਾਲ 20 ਸਾਲ 25 ਸਾਲ 30 ਸਾਲ ਜਿੱਦਾਂ ਜਿੱਦਾਂ ਆਪਾਂ ਜਿਹੜੀ ਟਰਮ ਨੂੰ ਐਕਸਟੈਂਡ ਕਰੀ ਜਾਂਦੇ ਆ ਵੀ ਕੰਪੇਅਰਿੰਗ ਵਿਦ 20 year term comparing that with a 30-year term same age ਆਪਾਂ ਲੈ ਲਓ same coverage ਲੈ ਲਓ naturally ਕਰਕੇ ਜਦੋਂ ਹੁਣ ਤੁਹਾਡੀ 35 ਸਾਲ ਦੀ ਉਮਰ ਆ ਇੱਕ ਇੰਸ਼ੋਰੈਂਸ ਜਿਹੜੀ 30 ਸਾਲ ਵਾਸਤੇ ਤੁਹਾਨੂੰ ਕਵਰ ਕਰ ਰਹੀ ਆ that mean your cover all the way to age 65 ਸੋ 65 ਸਾਲ ਤੱਕ ਤੁਸੀਂ ਕਵਰ ਹੋ ਅਗਰ ਤੁਹਾਡੀ ਏਜ 35 ਸਾਲ ਦੀ ਹੈ ਪਰ ਟਰਮ ਤੁਸੀਂ 20 ਸਾਲ ਦਾ ਲਿਆ ਆ that mean only cover you up to age 55 ਹੁਣ ਜਿਹੜੀ ਕਾਸਟ ਆ ਸੋ ਨੈਚੁਰਲੀ ਇਜ਼ ਚੀਪਰ ਸੋ ਜਦੋਂ ਹੁਣ ਕਰਕੇ ਜਿਹੜੀ ਕਾਸਟ ਆ ਉਹਦੇ ਵਿੱਚ ਨਾਟ ਓਨਲੀ ਵਜੀ ਇਜ਼ ਪਲਾਨ ਜਿਹੜਾ ਮੈਟਰ ਕਰਦਾ ਆ ਉਹਦੇ ਵਿੱਚ ਆਪਣਾ ਜਿਹੜਾ ਜੈਂਡਰ ਜਿਹੜਾ ਆ ਆਪਣੀ ਕਹਿ ਲਓ ਵੀ ਆਪਣੀ ਏਜ ਉਹਦੇ ਵਿੱਚ ਮੈਟਰ ਕਰਦੀ ਆ ਆਪਣੀ ਹੈਲਥ ਕਿਵੇਂ ਆ ਜੀ ਆਪਣੀ ਫੈਮਿਲੀ ਹਿਸਟਰੀ ਕਿਵੇਂ ਆ ਕਰਕੇ ਆਪਣੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਤੇ ਨਹੀਂ ਸੀਗੀ ਵੀ ਉਹਨਾਂ ਦੀ ਇਸ ਕਰਕੇ ਡੈਥ ਹੋ ਗਈ ਜਾਂ ਕੈਂਸਰ ਲੈ ਲਓ ਸਟ੍ਰੋਕ ਲੈ ਲਓ ਜਿਹੜੀਆਂ ਮੇਨ ਬਿਮਾਰੀਆਂ ਆਪਾਂ ਨੂੰ ਸੁਣਨ ਵਿੱਚ ਬਹੁਤ ਆਉਂਦੀਆਂ ਆ ਵੀ ਉਹਦੇ ਕਰਕੇ ਵੀ ਪਰਸੈਂਟੇਜਸ ਆਰ ਹਾਇਰ ਉਹਨਾਂ ਕਰਕੇ ਉਹਨਾਂ ਦੀ ਡੈਥ ਹੁੰਦੀ ਆ ਸੋ ਆਲਸੋ ਆਪਾਂ ਕਵਰੇਜ ਕਿੰਨੀ ਲੈ ਰਹੇ ਆ ਜਿਹੜਾ ਅਮਾਊਂਟ ਆ ਆਪਾਂ 5 ਲੱਖ ਦੀ ਲੈ ਰਹੇ ਆ ਕਿ ਆਪਾਂ 1 ਮਿਲੀਅਨ ਦੀ ਲੈ ਰਹੇ ਆ ਨੈਚੁਰਲੀ ਜੇ ਦੇਖਿਆ ਜਾਵੇ ਭਾਜੀ ਅੱਜ ਦੀ ਡੇਟ ਵਿੱਚ ਬਿਕਾਜ਼ ਦਾ ਰੀਅਲ ਸਟੇਟ ਇਜ਼ ਵੈਰੀ ਵੈਰੀ ਹੌਟ ਆਪਣੀ ਜਿਹੜੀ ਐਵਰੇਜ ਪ੍ਰਾਈਸ ਜੇ ਆਪਾਂ ਬਰੈਂਪਟਨ ਦੀ ਵੀ ਗੱਲ ਕਰਦੇ ਆ ਐਵਰੇਜ ਪ੍ਰਾਈਸ ਜੇ ਆਪਾਂ ਦੇਖਦੇ ਆ ਘਰ 2500 ਸਕੁਅਰ ਫੀਟ ਇਟਸ ਨੈਚੁਰਲੀ ਇਜ਼ 1.2 million or 1.3 that's the average in Brampton so ਜੇ ਆਪਾਂ ਇਹ ਲੈ ਕੇ ਚੱਲਦੇ ਆ ਵੀ ਆਪਾਂ ਜਦੋਂ ਇੰਸ਼ੋਰੈਂਸ ਲੈਣੀ ਆ ਆਪਾਂ ਇਸ ਲੋਡ ਨੂੰ ਨਾ ਆਪਣੀ ਨੂੰ ਦੇਖ ਕੇ ਜਿਹੜੀ ਇੰਸ਼ੋਰੈਂਸ ਆ ਕਵਰੇਜ ਵੀ ਆ ਆਪਾਂ $1 million ਦੀ ਈਜ਼ਲੀ ਜਿਹੜੀ ਐਵਰੇਜ ਅੱਜ ਦੀ ਡੇਟ ਵਿੱਚ ਇੰਸ਼ੋਰੈਂਸ ਅਸੀਂ ਕਰ ਰਹੇ ਆ ਇਹ ਹੈਗੀ ਆ ਐਵਰੇਜ $1 million ਦੀ ਇੰਸ਼ੋਰੈਂਸ ਸੋ ਇਹਦੇ ਵਿੱਚ ਆਪਣੀ ਕਵਰੇਜ ਹੋ ਗਈ ਐਂਡ ਦੈਨ ਦ ਮੇਨ ਵਨ ਇਜ਼
ਆਰ ਯੂ ਸਮੋਕਰ ਔਰ ਨਾਨ ਸਮੋਕਰ। ਕਈ ਬੱਚੇ ਜਿਹੜੇ ਆ ਉਹ ਆਪਣੀ ਮੈਰੀਜੁਆਨਾ ਵਗੈਰਾ ਲੈ ਰਹੇ ਆ, ਉਹਨਾਂ ਨੂੰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਭਾਜੀ ਤੁਸੀਂ ਸਰਪ੍ਰਾਈਜ਼ ਹੋਵੋਗੇ ਸੁਣ ਕੇ, ਉਹਦੇ ਵਿੱਚ ਥੋੜ੍ਹਾ ਜਿਹਾ ਲਾਈਟਲੀ ਲੈ ਰਹੀਆਂ ਬਿਕਾਜ਼ ਇਜ਼ ਲੀਗਲਾਈਜ਼ ਇਨ ਕੈਨੇਡਾ ਨਾਓ, ਰਾਈਟ। ਸੋ ਜਿਹੜੀ ਜੇ ਸਮੋਕਿੰਗ ਤੁਸੀਂ 3 ਵਾਰੀ ਕਰ ਰਹੇ ਆ ਵੀਕ ਦੇ ਵਿੱਚ, ਦੈਨ ਯੂ ਆਰ ਐਕਚੁਅਲੀ ਕੰਪਨੀਆਂ ਕਹਿ ਰਹੀਆਂ ਯੂ ਆਰ ਅ ਨਾਨ ਸਮੋਕਰ। Okay. Yeah, so that's basically in nutshell ਇਹ ਜਿਹੜੀਆਂ ਚੀਜ਼ਾਂ ਆ ਇਹ ਆਪਣੀ ਕਾਸਟ ਨੂੰ ਇਨਕਰੀਜ਼ ਜਾਂ ਡੀਕਰੀਜ਼ ਕਰਦੀਆਂ ਆ। Yeah. ਸੋ ਹੋਰ ਕਿਹੜੇ ਬੈਨੀਫਿਟ ਆ, ਜਿਸ ਤਰ੍ਹਾਂ ਜਿਵੇਂ ਆਪਾਂ ਇਨਵੈਸਟਮੈਂਟ ਦੀ ਗੱਲ ਕੀਤੀ ਸੀ ਕਿ ਸੇਵਿੰਗ ਹੁੰਦੀ ਆ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ? ਹਾਂਜੀ, ਸੋ ਹੁਣ ਕੁਐਸਚਨ ਆਪਣਾ ਆ ਵੀ ਲਾਈਫ ਇੰਸ਼ੋਰੈਂਸ ਜਿਹੜੀ ਪਰਮਾਨੈਂਟ ਆ ਉਹ ਲਾਈਫ ਇੰਸ਼ੋਰੈਂਸ ਹੈ ਕੀ ਆ। ਹੁਣ ਇਹਦੇ ਵਿੱਚ ਇੱਕ ਤਾਂ ਚੀਜ਼ ਹੋ ਜਾਂਦੀ ਆ ਵੀ ਆਪਣੀ ਪਰਮਾਨੈਂਟ ਇੰਸ਼ੋਰੈਂਸ ਆਪਾਂ ਲੈ ਲਈ ਆ, ਆਪਾਂ ਨੂੰ ਕੋਈ ਹੈਲਥ ਇਸ਼ੂ ਆ ਜਾਂਦਾ ਆ, ਕੁਛ ਵੀ ਹੁੰਦਾ ਆ ਆਪਣੀ ਲਾਈਫ 'ਚ, ਯੂ ਡੋਂਟ ਹੈਵ ਟੂ ਵਰੀ, ਐਂਡ ਇੱਕ ਇਹਦੇ ਵਿੱਚ ਗਰੰਟੀ ਆਪਾਂ ਨੂੰ ਮਿਲ ਜਾਂਦੀ ਆ, ਜਿਹੜਾ ਕਲੇਮ ਆ ਉਹ ਕੰਪਨੀ ਨੂੰ ਪੇ ਕਰਨਾ ਪੈਣਾ ਹੀ ਹੈ। ਅਗਰ ਤੁਸੀਂ 5 ਲੱਖ ਦੀ ਇੰਸ਼ੋਰੈਂਸ ਲਈ ਆ, ਅਗਰ ਤੁਹਾਨੂੰ ਕੁਛ ਹੋ ਜਾਂਦਾ ਆ ਤੇ ਜਿਹੜਾ 5 ਲੱਖ ਆ ਉਹ ਤੁਹਾਡਾ ਜਿਹੜਾ ਵੀ ਤੁਸੀਂ ਬੈਨੀਫਿਸ਼ਰੀ ਲਿਖਾਇਆ ਆ ਉਹਨਾਂ ਨੂੰ, ਬੈਨੀਫਿਸ਼ਰੀ ਨੂੰ ਇਹ ਲਾਈਫ ਇੰਸ਼ੋਰੈਂਸ ਦਾ ਜਿਹੜੀ ਕਵਰੇਜ ਆ ਉਹਨਾਂ ਨੂੰ ਮਿਲ ਜਾਣੀ ਆ। ਹੁਣ ਕੁਐਸਚਨ ਉੱਠਦਾ ਆ ਵੀ ਇਹਦੇ ਵਿੱਚ ਕੋਈ ਇਨਵੈਸਟਮੈਂਟ ਪਾਰਟ ਵੀ ਹੈਗਾ ਆ। ਅਗਰ ਆਪਾਂ ਹੋਰ ਲਾਈਫ ਪਰਮਾਨੈਂਟ ਇੰਸ਼ੋਰੈਂਸ ਕਰਾਈ ਆ, ਉਹਦੇ ਵਿੱਚ ਬਿਗ ਜਿਹੜਾ ਰੋਲ ਪਲੇ ਕਰਦੀ ਆ ਕੈਸ਼ ਵੈਲਿਊ। ਸੋ ਕੈਸ਼ ਵੈਲਿਊ ਜਿਹੜੀ ਆ ਜੀ, ਜਦੋਂ ਆਪਣੇ ਕੈਸ਼ ਵੈਲਿਊ ਐਜ਼ ਦ ਈਅਰਸ ਆਰ ਗਰੋਇੰਗ, ਸੋ ਆਪਾਂ ਕਹਿੰਦੇ ਆ ਵੀ ਆਪਾਂ 10 ਸਾਲ 15 ਸਾਲ 20 ਸਾਲ ਪੇ ਕਰਦਿਆਂ ਨੂੰ ਹੋ ਗਿਆ, ਈਵਨ 30 ਸਾਲ ਪੇ ਕਰਦਿਆਂ ਨੂੰ ਹੋ ਗਿਆ। ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਵਿੱਚ 2 ਕੰਪੋਨੈਂਟਸ ਆ, ਇੱਕ ਤਾਂ ਆਪਣਾ ਇੰਸ਼ੋਰੈਂਸ ਕਾਸਟ ਆ ਗਿਆ, ਦੂਸਰੀ ਆਪਣੀ ਇਨਵੈਸਟਮੈਂਟ ਆ ਗਈ। ਸੋ ਉਹਦੇ ਵਿੱਚ ਜਦੋਂ ਇੰਸ਼ੋਰੈਂਸ ਪੇ ਕਰਕੇ ਜਿਹੜੀ ਕਾਸਟ ਪੇ ਕਰਕੇ ਜਿਹੜੀ ਕੰਪਨੀ ਆ ਉਹ ਤੁਹਾਡਾ ਜਿਹੜਾ ਪੈਸਾ ਬਚਦਾ ਆ ਉਹਨੂੰ ਇਨਵੈਸਟਮੈਂਟ ਕਰ ਲਈ ਆ ਤੁਹਾਡੇ ਵਾਸਤੇ, ਉਹਦੇ ਨਾਲ ਨੈਚੁਰਲੀ ਕੀ ਹੋ ਰਿਹਾ ਆ ਵੀ ਇੱਕ ਤਾਂ ਆਪਣੀ ਕੈਸ਼ ਵੈਲਿਊ ਅਪ ਜਾ ਰਹੀ ਆ, ਦੂਸਰਾ ਆਪਣੀ ਜਿਹੜੀ ਬਿਲੀਵ ਕਰੋ ਜੀ ਆਪਣੀ ਜਿਹੜੀ ਕਵਰੇਜ ਵੀ ਆ, ਜਿਹੜੀ ਆਪਾਂ 5 ਲੱਖ ਦੀ ਕਵਰੇਜ ਲਈ ਆ ਐਗਜ਼ਾਮਪਲ ਦੇ ਤੌਰ ਤੇ, ਉਸਨੇ ਵੀ ਗਰੋ ਹੋ ਕੇ $1 ਮਿਲੀਅਨ ਦੇ ਲਾਗੇ ਚਲੇ ਜਾਣਾ ਹੈ। ਸੋ ਜਿਹੜੀ ਕੈਸ਼ ਵੈਲਿਊ ਬਣ ਰਹੀ ਆ, ਦੇ ਆਰ ਨੈਚੁਰਲੀ ਐਡਿੰਗ ਇਨ ਯੋਰ ਡੈਥ ਬੈਨੀਫਿਟ। ਸੋ ਇਹ ਤਾਂ ਆਪਣੀ ਹੋਲ ਲਾਈਫ ਇੰਸ਼ੋਰੈਂਸ ਹੋ ਗਈ, ਪਰਮਾਨੈਂਟ ਇੰਸ਼ੋਰੈਂਸ। ਸੋ ਹੁਣ ਇਹਦੇ ਵਿੱਚ ਜਿੱਦਾਂ ਆਪਾਂ ਕਿਸਮਾਂ ਕਈ ਗਿਣੀਏ ਤਾਂ ਇਹਦੇ ਵਿੱਚ ਆਪਣੀ ਲਿਮਿਟਿਡ ਪੇ ਦਾ ਵੀ ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ। ਜਿਹੜੀ ਇੰਸ਼ੋਰੈਂਸ ਪੇਰੈਂਟਸ ਜਿਹੜੀ ਬੜੀ ਪਾਪੂਲਰ ਇੰਸ਼ੋਰੈਂਸ ਆ, ਪੇਰੈਂਟਸ ਜਿਹੜੇ ਆਪਣੇ ਬੱਚਿਆਂ ਵਾਸਤੇ ਲੈ ਰਹੇ ਆ, ਰਾਈਟ। ਸੋ ਉਹਦੇ ਵਿੱਚ ਜੀ ਕਿਉਂ ਬੱਚਿਆਂ ਵਾਸਤੇ ਕਿਉਂ ਲੈ ਰਹੇ ਆ, ਉਹਦੇ ਵਿੱਚ ਇੱਕ ਤਾਂ ਆਪਾਂ ਜਿੱਦਾਂ ਮੈਂਸ਼ਨ ਕੀਤਾ ਵੀ ਜਿਹੜਾ ਜੈਂਡਰ ਆ ਉਹ ਮੈਟਰ ਕਰਦਾ ਆ ਜਦੋਂ ਆਪਾਂ ਕਾਸਟ ਇੰਸ਼ੋਰੈਂਸ ਦੀ ਦੇਖਦੇ ਆ। ਦੂਸਰਾ ਹੈਗਾ ਆ ਵੀ ਆਪਣੇ ਏਜ ਕਿੰਨੀ ਆ। ਸੋ ਨੈਚੁਰਲੀ ਬੱਚੇ ਦੀ ਏਜ ਵੀ ਘੱਟ ਆ, ਉਹ ਹੈਲਥੀ ਵੀ ਹੈਗੇ ਆ, ਰਾਈਟ। ਉਹਦੇ ਹੋਣ ਕਰਕੇ ਵੀ ਜਿਹੜੀ ਆਪਾਂ ਇੰਸ਼ੋਰੈਂਸ ਲਿਮਿਟਿਡ ਪੇ ਇੰਸ਼ੋਰੈਂਸ ਆ ਉਹ ਬੱਚਿਆਂ ਲਈ ਜਦੋਂ ਆਪਾਂ ਲੈਂਦੇ ਆ, ਆਪਾਂ ਟਾਈਮ ਪੀਰੀਅਡ ਜਿਹੜਾ ਨਾ ਆਪਾਂ ਓਨ ਪਿਕ ਕਰ ਸਕਦੇ ਆ ਵੀ ਅਸੀਂ ਜਿਹੜੀ ਇਹ ਲਾਈਫ ਇੰਸ਼ੋਰੈਂਸ ਆ ਅਸੀਂ ਸਾਰੀ ਲਾਈਫ ਲਈ ਨਹੀਂ ਪੇ ਕਰਨੀ ਹੈਗੀ, ਅਸੀਂ ਸਿਰਫ 10 ਸਾਲ ਲਈ ਪੇ ਕਰਨੀ ਆ, 15 ਸਾਲ ਲਈ ਪੇ ਕਰਨੀ ਆ, 20 ਸਾਲ ਲਈ ਪੇ ਕਰਨੀ ਆ। ਹੁਣ ਸਾਡੇ ਕੋਲ ਕੰਪਨੀਆਂ ਇੱਦਾਂ ਵੀ ਆ ਗਈਆਂ ਕਿ ਤੁਸੀਂ 8 ਸਾਲ ਵਿੱਚ ਪੇ ਕਰ ਸਕਦੇ ਆ। ਤੇ ਇਹ ਜਿਹੜੀ ਲਿਮਿਟਿਡ ਪੇ ਵਾਲੀ ਆ ਅਗੇਨ ਬੱਚਿਆਂ ਵਾਸਤੇ ਪਪੂਲਰ ਇੰਸ਼ੋਰੈਂਸ ਆ, ਤੇ ਦੂਸਰਾ ਆਪਣੇ ਜਿਹੜੇ ਬਿਜ਼ਨਸ ਪੀਪਲ ਆ ਉਹਨਾਂ ਵਾਸਤੇ ਵੀ ਵੈਰੀ ਪਪੂਲਰ ਇੰਸ਼ੋਰੈਂਸ ਆ। ਉਹਦਾ ਰੀਜ਼ਨ ਕੀ ਆ ਵੀ ਉਹਨਾਂ ਕੋਲ ਕੈਸ਼ ਫਲੋ ਬਹੁਤ ਆ। ਸੋ ਉਹ ਕਾਰਪੋਰੇਸ਼ਨ ਦੇ ਵਿੱਚ ਕਹਿ ਲਓ ਵੀ ਇਹ ਪੈਸਾ ਜਿਹੜਾ ਆ ਕਾਰਪੋਰੇਸ਼ਨ ਰਾਹੀਂ ਜਿਹੜੀ ਪਾਲਿਸੀ ਇਹ ਲੈਣੀ ਚਾਹੁੰਦੇ ਆ, ਕਰਕੇ ਉਹਦੇ ਵਿੱਚ ਉਹਨਾਂ ਨੂੰ ਫਾਇਦੇ ਬੜੇ ਹੋ ਜਾਂਦੇ ਆ, ਕਰਕੇ ਉਹਨਾਂ ਦੇ ਵਿੱਚੋਂ ਡਿਵੀਡੈਂਡ ਜਿਹੜੀ ਆ ਉਹ ਆਪਣੀ ਫੈਮਿਲੀ ਨੂੰ ਕਹਿ ਲਓ, ਪਾਰਟਨਰ ਨੂੰ ਕਹਿ ਲਓ, ਜਾਂ ਉਹਨਾਂ ਦੇ EMPLOYEES ਆ ਉਹਨਾਂ ਨੂੰ ਪੇ ਕਰ ਸਕਦੇ ਆ। ਤੇ ਉਹਨਾਂ ਦੀ ਕਾਫੀ ਸਾਰੀ ਜਿਹੜੀ ਟੈਕਸ ਵੀ ਹੈ ਭਾਜੀ, ਟੈਕਸਿਸ ਉਹ ਵੀ ਸੇਵ ਬਹੁਤ ਹੋ ਜਾਂਦਾ। ਸੋ ਦੈਟਸ ਅਨਦਰ ਰੀਜ਼ਨ ਵਾਈ ਦਿਸ ਲਿਮਿਟਿਡ ਪਰਮਾਨੈਂਟ ਇੰਸ਼ੋਰੈਂਸ ਲਿਮਿਟਿਡ ਪੇ ਇਜ਼ ਵੈਰੀ ਪਪੂਲਰ। ਜੀ ਯਾ। ਸੋ ਇੱਕ ਬਲਜੀਤ ਜੀ ਤੁਸੀਂ ਹੁਣੇ ਜ਼ਿਕਰ ਕਰਕੇ ਕਿ ਕਿਹੜੀ ਏਜ ਦੇ ਵਿੱਚ ਇੰਸ਼ੋਰੈਂਸ ਜਿਹੜੀ ਲਾਈਫ ਇੰਸ਼ੋਰੈਂਸ ਉਹ ਲੈ ਲੈਣੀ ਚਾਹੀਦੀ ਆ, ਕਿ ਜਿਹੜੇ ਛੋਟੀ ਉਮਰ ਦੇ ਬੱਚੇ ਹੈਗੇ ਆ ਕਿਸ ਏਜ ਤੋਂ ਸਟਾਰਟ ਕਰ ਲੈਣੀ ਚਾਹੀਦੀ ਆ? ਕਿਉਂਕਿ ਜਦੋਂ ਆਪਾਂ ਕੈਲਕੂਲੇਸ਼ਨ ਆਪਾਂ ਗੱਲਬਾਤ ਕਰ ਰਹੇ ਸੀਗੇ ਆਫ ਦੀ ਈਅਰ, ਤਾਂ ਉਦੋਂ ਆਪਾਂ ਕਰ ਰਹੇ ਸੀ ਗੱਲ ਕਿ ਜਿੰਨੀ ਅਰਲੀ ਤੁਸੀਂ ਸਟਾਰਟ ਕਰੋਗੇ ਉਨੀ ਤੁਹਾਡਾ ਜਿਹੜਾ ਪ੍ਰੀਮੀਅਮ ਆ ਉਹ ਘੱਟ ਹੁੰਦਾ, ਤੁਹਾਨੂੰ ਪੂਰੀ ਲਾਈਫ ਦੇ ਵਾਸਤੇ ਘੱਟ ਪੈਸੇ ਪੇ ਕਰਨੇ ਪੈਂਦੇ ਆ। ਪਰ ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਜਾਂਦੀ ਆ ਉਵੇਂ ਉਵੇਂ ਜਿਹੜਾ ਹੈਗਾ ਉਹਦੀ ਕਾਸਟ ਵੱਧਦੀ ਜਾਂਦੀ ਹੈ, ਬੈਨੀਫਿਟ ਘਟਦਾ ਜਾਂਦਾ। ਸੋ ਏਜ ਕਿਹੜੀ ਤੁਸੀਂ ਰਿਕਮੈਂਡ ਕਰਦੇ ਹੋ ਲਾਈਫ ਇੰਸ਼ੋਰੈਂਸ ਵਾਸਤੇ? ਕਿਉਂਕਿ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹਾਲੇ ਤਾਂ ਮੈਂ ਯੰਗ ਹਾਂ, ਹਾਲੇ ਤਾਂ ਮੈਂ 30 ਸਾਲ ਦਾ, ਹਾਲੇ ਤਾਂ ਮੈਂ 40 ਸਾਲ ਦਾ, ਜਦੋਂ ਮੈਂ 65 ਦਾ ਹੋਵਾਂਗਾ ਉਦੋਂ ਲਵਾਂਗਾ, ਜਾਂ ਜਦੋਂ ਮੈਂ 50-55 ਦਾ ਹੋ ਜਾਵਾਂਗਾ ਉਦੋਂ ਲਵਾਂਗਾ।
ਸੋ ਕਿਹੜੀ ਏਜ ਜਿਹੜੀ ਆ ਗੁੱਡ ਆ ਫਾਰ ਇੰਸ਼ੋਰੈਂਸ? ਹਾਂਜੀ, ਇੰਸ਼ੋਰੈਂਸ ਇਜ਼ ਅ ਗ੍ਰੇਟ ਕੁਐਸਚਨ ਅਗੇਨ। ਇੰਸ਼ੋਰੈਂਸ ਜਦੋਂ ਆਪਾਂ ਬਾਈ ਕਰਨ ਦਾ ਡਿਸੀਜਨ ਬਣਾਉਂਦੇ ਆ ਜੀ, ਮੈਂ ਤਾਂ ਕਹੂੰਗੀ ਵੀ ਨਾਟ ਬਿਕਾਜ਼ ਆਮ ਅ ਫਾਈਨੈਂਸ਼ੀਅਲ ਐਡਵਾਈਜ਼ਰ ਔਰ ਜਾਂ ਇੰਸ਼ੋਰੈਂਸ ਜਿਹੜੀ ਆਪਾਂ ਪ੍ਰੋਡਕਟ ਜਿਹੜੇ ਆ ਉਹਨਾਂ ਬਾਰੇ ਨੌਲੇਜ ਰੱਖਦੇ ਆ, ਪਰ ਮੈਂ ਇੱਦਾਂ ਜ਼ਰੂਰ ਕਹਾਂਗੀ ਵੀ ਇਹਦੇ ਵਿੱਚ ਤੁਸੀਂ ਇੰਸ਼ੋਰੈਂਸ ਜਿੰਨੀ ਜਲਦੀ ਲੈ ਸਕਦੇ ਆ ਉਨੀ ਜਲਦੀ ਲਓ। ਉਹਦਾ ਰੀਜ਼ਨ ਕੀ ਆ ਕਿ ਇੱਕ ਤਾਂ ਆਪਾਂ ਹੈਲਥੀ ਆ, ਰਾਈਟ, ਦੂਸਰਾ ਹੈ ਆਪਣੀ ਏਜ ਘੱਟ ਹੋਣ ਕਰਕੇ ਜਿਹੜਾ ਪ੍ਰੀਮੀਅਮ ਆਪਾਂ ਦੇਣਾ ਆ ਉਸ ਪ੍ਰੀਮੀਅਮ ਨੂੰ ਆਪਾਂ ਲੌਕ ਇਨ ਕਰ ਸਕਦੇ ਆ, ਮੀਨਿੰਗ ਦੈਟ ਵੀ ਜਿੰਨੇ ਟਾਈਮ ਆਪਾਂ ਜਿਹੜੀ ਇੰਸ਼ੋਰੈਂਸ ਦੀ ਟਰਮ ਲਈ ਆ ਉਹ ਟਰਮ ਦੇ ਵਿੱਚ ਉਸ ਇੰਸ਼ੋਰੈਂਸ ਜਿੰਨੀ ਪ੍ਰੀਮੀਅਮ ਦੇਵਾਂਗੇ ਉਹਨੇ ਲਾਕ ਇਨ ਹੋ ਜਾਣਾ। ਅਗਰ ਆਪਾਂ ਆਪਣਾ ਪਲਾਨ ਜਿਹੜਾ ਆ 20 ਸਾਲ ਦੀ ਟਰਮ ਲਈ ਆ ਤੇ ਆਪਾਂ ਪੇ ਕਰਨਾ ਸ਼ੁਰੂ ਕੀਤਾ ਆ $50 ਅੱਜ ਦੀ ਡੇਟ ਵਿੱਚ, ਹੁਣ ਆਪਾਂ ਜੇ 10 ਸਾਲ ਬਾਅਦ ਵੀ ਦੇਖਾਂਗੇ ਉਸ ਪਲਾਨ ਨੂੰ ਤੇ ਆਪਣੇ ਸਟਿਲ $50 ਹੀ ਰਹਿਣਗੇ। ਸੋ ਇੱਕ ਤਾਂ ਰੇਟ ਲਾਕ ਇਨ ਹੋ ਗਿਆ, ਦੂਸਰਾ ਆਪਣਾ ਪ੍ਰੀਮੀਅਮ ਘੱਟ ਆ, ਤੀਸਰਾ ਆਪਾਂ ਨੂੰ ਕਵਰੇਜ ਮਿਲ ਗਈ ਆ, ਤੇ ਚੌਥਾ ਜਿਹੜਾ ਆ ਆਪਣੀ ਜਿਹੜੀ ਇੰਸ਼ੋਰੇਬਿਲਟੀ ਆ ਉਸ ਨੂੰ ਆਪਾਂ ਲਾਕ ਇਨ ਕਰ ਲਿਆ ਕਰਕੇ। ਕਈ ਵਾਰੀ ਆਪਾਂ ਸੋਚਦੇ ਆ ਇੰਸ਼ੋਰੈਂਸ ਇਜ਼ ਅ ਵੈਰੀ ਐਕਸਪੈਂਸਿਵ, ਅਸੀਂ ਲੈਣੀ ਨਹੀਂ, ਅਸੀਂ ਵੇਟ ਕਰਦੇ ਆ, ਪਰ ਕਈ ਵਾਰੀ ਆਪਾਂ ਵੇਟ ਕਰਦਿਆਂ ਕੋਈ ਆਪਾਂ ਨੂੰ ਹੈਲਥ ਇਸ਼ੂ ਇੱਦਾਂ ਦਾ ਆ ਜਾਂਦਾ ਆ ਜਿਹਦੇ ਵਿੱਚ ਆਪਣੀਆਂ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਸੌਰੀ ਅਸੀਂ ਤੁਹਾਨੂੰ ਹੁਣ ਇੰਸ਼ੋਰੈਂਸ ਨਹੀਂ ਦੇ ਸਕਦੇ ਹੈਗੇ। ਸੋ ਆਪਣੇ ਕੋਲ ਚੋਇਸ ਨਹੀਂ ਰਹਿ ਜਾਂਦੀ ਹੈਗੀ। ਸੋ ਮੈਂ ਹਮੇਸ਼ਾ ਇਹੀ ਕਹੂੰਗੀ ਵੀ ਜਿੰਨੀ ਜਲਦੀ ਤੁਹਾਤੋਂ ਇੰਸ਼ੋਰੈਂਸ ਲੈ ਹੁੰਦੀ ਆ ਉਨੀ ਜਲਦੀ, ਸਪੈਸ਼ਲੀ ਜਦੋਂ ਤੁਹਾਡੇ ਉੱਪਰ ਲਾਇਬਿਲਿਟੀਜ਼ ਬਹੁਤ ਹਨ। ਸੋ ਆਪਾਂ ਕਹਿੰਦੇ ਆ ਵੀ ਜੇ ਰੱਬ ਨਾ ਕਰੇ ਅਗਰ ਮੇਰੀ ਡੈਥ ਹੋ ਜਾਂਦੀ ਆ ਤੇ ਮੇਰੀ ਜਿਹੜੀ ਫੈਮਿਲੀ ਆ ਉਹ ਕੈਰੀ ਔਨ ਕਿਵੇਂ ਕਰੂਗੀ, ਜਾਂ ਮੇਰਾ ਪਾਰਟਨਰ ਜਿਹੜਾ ਆ ਉਹਨੇ ਬੱਚਿਆਂ ਨੂੰ ਪੜ੍ਹਾਉਣਾ ਆ, ਮੌਰਗੇਜ ਪੇ ਕਰਨੀ ਆ, ਉਹਨਾਂ ਦੀ ਜਿਹੜੀ ਜਨਰਲ ਲਾਈਫ ਆ ਉਹਦੇ ਵਿੱਚ ਇਹ ਜਿਹੜੀ ਆਪਾਂ ਕਹਿ ਲਓ ਵੀ ਇੰਸ਼ੋਰੈਂਸ ਆ ਉਹ ਭਾਜੀ ਬਹੁਤ ਹੀ ਹੈਲਪ ਕਰਦੀ ਆ, ਰਾਈਟ। ਸੋ ਇੱਕ ਕੁਐਸਚਨ ਮੇਰੇ ਮਾਈਂਡ ਦੇ ਵਿੱਚ ਹੋਰ ਆ ਰਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਤੁਹਾਡੇ 'ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਤੁਹਾਡੀ ਮੌਰਗੇਜ ਹੈਗੀ ਆ, ਬੱਚੇ ਹੈਗੇ ਨੇ, ਔਰ ਇਹ ਸਾਰਾ ਕੁਛ ਤੁਹਾਡੇ ਤੋਂ ਬਾਅਦ ਕਿਸ ਤਰ੍ਹਾਂ ਚੱਲਦਾ ਰਹੇਗਾ ਉਹਦੇ ਬਾਰੇ ਜਦੋਂ ਆਪਾਂ ਸੋਚਦੇ ਹਾਂ ਤਾਂ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਆਪਾਂ ਨੂੰ ਆਪਾਂ ਉਹਦੇ ਬਾਰੇ ਸੋਚਦੇ ਹਾਂ। ਪਰ ਉਦੋਂ ਤਾਂ ਆਪਾਂ ਪੇ ਵੀ ਕਰ ਸਕਦੇ ਹਾਂ ਕਿਉਂਕਿ ਅਸੀਂ ਕਮਾ ਵੀ ਰਹੇ ਹੁੰਦੇ ਹਾਂ। ਪਰ ਜਦੋਂ ਕਿ ਜੇ ਆਪਾਂ ਛੋਟੇ ਬੱਚੇ ਦੀ ਇੰਸ਼ੋਰੈਂਸ ਉਹਦੀ ਕਰਵਾਉਣੀ ਹੋਵੇ ਜਿਹੜਾ ਹਾਲੇ ਕਮਾਉਣ ਨਹੀਂ ਲੱਗਾ, ਸਕੂਲ ਜਾ ਰਿਹਾ ਜਾਂ ਯੂਨੀਵਰਸਿਟੀ ਜਾ ਰਿਹਾ, ਉਹਦੀ ਹਾਲੇ ਇਨਕਮ ਸੋਰਸ ਕੋਈ ਨਹੀਂ, ਕੀ ਉਹਦੇ ਬਿਹਾਫ 'ਤੇ ਕੋਈ ਹੋਰ ਜਿਵੇਂ ਪੇਰੈਂਟਸ ਆ ਜਾਂ ਗ੍ਰੈਂਡ ਪੇਰੈਂਟਸ ਆ ਉਹਦੀ ਇੰਸ਼ੋਰੈਂਸ ਉਹਦਾ ਪ੍ਰੀਮੀਅਮ ਪੇ ਕਰ ਸਕਦੇ ਔਰ ਬਾਅਦ ਦੇ ਵਿੱਚ ਜਦੋਂ ਉਹ ਕਮਾਉਣ ਲੱਗ ਜਾਵੇ ਤਾਂ ਜਿਹੜੀ ਉਹ ਪੇਮੈਂਟ ਉਹ ਚੇਂਜ ਕੀਤੀ ਜਾ ਸਕਦੀ ਹੈ? ਕੀ ਕੁਛ ਇਸ ਤਰ੍ਹਾਂ ਦੀ ਸੁਵਿਧਾ ਹੈ ਜੀ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਜਿੱਦਾਂ ਆਪਾਂ ਇੰਸ਼ੋਰੈਂਸ ਬੱਚਿਆਂ ਬਾਰੇ ਸੋਚਦੇ ਹਾਂ ਜੀ, ਇੱਥੇ ਆਪਾਂ ਇੱਦਾਂ ਦੀ ਕੰਟਰੀ ਵਿੱਚ ਰਹਿ ਰਹੇ ਹਾਂ ਜਿੱਥੇ ਬੱਚਿਆਂ ਨੂੰ ਐਵਰੀ ਮੰਥ, ਜਿੱਦਾਂ ਆਪਣੇ ਲਿਬਰਲ ਗਵਰਨਮੈਂਟ ਆਪਾਂ ਦੇਖਦੇ ਹਾਂ, ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਜਦੋਂ ਹੀ ਪਾਵਰ ਵਿੱਚ ਆਏ ਸੀਗੇ ਕਿ ਹਰੇਕ ਬੱਚੇ ਦੇ ਡਿਪੈਂਡਿੰਗ ਔਨ ਪੇਰੈਂਟਸ ਦੀ ਇਨਕਮ ਕਿੰਨੀ ਆ, ਫੈਮਿਲੀ ਦੀ ਇਨਕਮ ਕਿੰਨੀ ਆ, ਤੇ ਉਹਦੀ ਬੇਸ 'ਤੇ ਐਵਰੇਜ ਜੇ ਆਪਾਂ ਦੇਖੀਏ ਤਾਂ ਅੱਜ ਦੀ ਡੇਟ ਵਿੱਚ $534 ਹਰੇਕ ਬੱਚੇ ਨੂੰ ਮਹੀਨੇ ਦੇ ਆ ਰਹੇ ਆ। ਸੋ ਆਪਣੀ ਜਿੱਦਾਂ ਹਮੇਸ਼ਾ ਐਜ਼ ਅ ਪੇਰੈਂਟਸ ਆਪਾਂ ਕਹਿੰਦੇ ਆ ਬੱਚਿਆਂ ਦੇ ਪੈਸੇ ਆ ਤੇ ਅਸੀਂ ਯੂਜ਼ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਇੱਥੇ ਆਪਾਂ ਕਹਿੰਦੇ ਆ ਵੀ ਤੁਸੀਂ ਜਿੱਦਾਂ ਬੱਚਿਆਂ ਦੀ ਪਹਿਲਾਂ ਤਾਂ ਐਜੂਕੇਸ਼ਨ ਪਲਾਨ ਜ਼ਰੂਰ ਲਓ, ਉਹਨਾਂ ਦੀ RESP ਜਿਹਨੂੰ ਆਪਾਂ ਕਹਿੰਦੇ ਆ, ਤੇ ਦੂਸਰਾ ਜਿਹੜੇ ਫੰਡ ਬਚਦੇ ਆ ਉਹਨਾਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਆ ਦੈਟ ਵਿਲ ਬੀ ਵਨ ਆਫ ਦਾ ਬੈਸਟ ਗਿਫਟ, ਜਿਹੜੀ ਲਿਮਿਟਿਡ ਪੇ ਵਾਲੀ ਪਾਲਿਸੀ ਆ ਕਰਕੇ ਉਹਦੇ ਵਿੱਚ ਆਪਾਂ ਅੱਜ ਬੱਚੇ ਦੀ ਇੰਸ਼ੋਰੈਂਸ ਕਰਾਉਂਦੇ ਆ। ਇੱਕ ਤਾਂ ਉਹਨਾਂ ਦਾ ਜਿਹੜਾ ਪ੍ਰੀਮੀਅਮ ਬਹੁਤ ਹੀ ਘੱਟ ਆ, ਦੂਸਰਾ ਉਹ ਹੈਲਥੀ ਆ ਬੱਚਾ, ਤੀਸਰਾ ਉਹਦੇ ਵਿੱਚ ਇੱਦਾਂ ਹੋ ਜਾਣਾ ਆ ਵੀ ਆਪਾਂ 20 ਸਾਲ ਸਿਰਫ ਪੇ ਕਰਨਾ ਆ। ਅਗਰ ਆਪਾਂ 5 ਲੱਖ ਦੀ ਇੰਸ਼ੋਰੈਂਸ ਲੈਂਦੇ ਆ, $200 ਤੋਂ ਵੀ ਘੱਟ ਜਿਹੜਾ ਆਪਣਾ ਪ੍ਰੀਮੀਅਮ ਆ ਆਪਾਂ ਕਹਿ ਸਕਦੇ ਹਾਂ ਵੀ $150 ਦੇ ਕੇ ਆਪਾਂ ਜਿਹੜੀ 5 ਲੱਖ ਦੀ ਇੰਸ਼ੋਰੈਂਸ ਲਈ ਆ 20 ਸਾਲ ਜਦੋਂ ਆਪਾਂ ਪੇ ਕਰਕੇ ਫਿਨਿਸ਼ ਕਰਕੇ ਦੇਖਣਾ ਆ ਉਹਦੇ ਵਿੱਚ ਜਿਹੜੀ ਕੈਸ਼ ਵੈਲਿਊ ਆ ਉਹ ਐਕਚੁਅਲੀ ਜੇ ਆਪਾਂ ਕਹਿ ਲਓ ਵੀ ਆਪਣਾ ਜਸਟ ਐਗਜ਼ਾਮਪਲ ਦੇ ਤੌਰ 'ਤੇ $1000 ਆਪਾਂ ਸਾਲ ਦਾ ਦੇ ਰਹੇ ਹਾਂ ਬੱਚੇ ਵਾਸਤੇ ਇੰਸ਼ੋਰੈਂਸ ਦਾ, ਆਪਾਂ 20 ਸਾਲਾਂ ਵਿੱਚ 20,000 ਪੇ ਕਰ ਦਿੱਤਾ। ਪਰ ਜਿਹੜੀ ਉਹਦੇ ਵਿੱਚ ਕੈਸ਼ ਵੈਲਿਊ ਬਣ ਜਾਣੀ ਆ ਇਟਸ ਪ੍ਰੋਬੇਬਲੀ ਟਵਾਈਸ ਐਜ਼ ਮੋਰ। ਸੋ ਉਹਦੇ ਵਿੱਚੋਂ 20,000 ਤੋਂ ਲੈ ਕੇ 45,000 ਤੱਕ ਜਦੋਂ ਆਪਾਂ ਪੇ ਕਰਕੇ ਹੀ ਅਜੇ 20 ਸਾਲ ਆਪਣੇ ਪੂਰੇ ਹੋਏ ਆ ਉਹਦੇ ਵਿੱਚ ਇੰਨੀ ਜਿਹੜੀ ਕੈਸ਼ ਵੈਲਿਊ ਸਿੱਟ ਕਰਦੀ ਹੋਣੀ ਆ ਵੀ ਜਿਹਦੇ ਕੋ ਆਪਾਂ ਕੋ ਐਕਸੈਸ ਆ ਵੀ ਆਪਾਂ ਉਸ
ਕੈਸ਼ ਵੈਲਿਊ ਨੂੰ ਯੂਜ਼ ਵੀ ਕਰ ਸਕਦੇ ਹਾਂ, ਆਪਾਂ ਉਹਦੇ ਅਗੇਂਸਟ ਬਾਰੋ ਵੀ ਕਰ ਸਕਦੇ ਹਾਂ, ਰਾਈਟ। ਅਗਰ ਬੱਚੇ ਨੂੰ ਯੂਨੀਵਰਸਿਟੀ ਜਾਣਾ ਸਟਾਰਟ ਕਰ ਦਿੱਤਾ, ਆਪਾਂ ਉਹਦੇ ਵਿੱਚੋਂ ਪੈਸੇ ਵਿਦਡਰਾ ਕਰਨੇ ਸ਼ੁਰੂ ਕਰ ਸਕਦੇ ਹਾਂ। ਇਹਦੇ ਵਿੱਚ ਇਹ ਵੀ ਆ ਜਾਂਦਾ ਹੈ ਵੀ ਜਦੋਂ ਆਪਾਂ ਏਜ 65 ਤੇ ਆਪਾਂ ਇਹ ਪੈਸਾ ਜਿਹੜੀ ਕੈਸ਼ ਵੈਲਿਊ ਆ ਆਪਣੀ ਰਿਟਾਇਰਮੈਂਟ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਬੜਾ ਜਦੋਂ ਆਪਾਂ ਪਾਰ ਪਾਲਿਸੀ ਬੱਚਿਆਂ ਵਾਸਤੇ ਲੈਂਦੇ ਆ ਭਾਜੀ, ਉਹਦੇ ਵਿੱਚ ਆਪਾਂ ਬੇਸਿਕਲੀ ਜਿਹੜੀ ਕੰਪਨੀ ਆ ਉਹ ਜਿਹੜਾ ਉਹਨਾਂ ਦਾ ਜਿੰਨਾ ਵੀ ਪ੍ਰੋਫਿਟ ਬਣ ਰਿਹਾ ਆ ਉਹ ਪਾਲਿਸੀ ਹੋਲਡਰ ਦੇ ਨਾਲ ਸ਼ੇਅਰ ਕਰ ਰਹੇ ਆ। ਸੋ ਹੁਣ ਇਹਦੇ ਵਿੱਚ ਜਿਹੜਾ ਡੈਥ ਬੈਨੀਫਿਟ ਆ, ਆਪਾਂ ਇੰਸ਼ੋਰੈਂਸ 5 ਲੱਖ ਦੀ ਲਈ ਆ ਤੇ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਆਪਣੀ ਵੱਧ ਕੇ ਡੈਥ ਬੈਨੀਫਿਟ ਜਿਹੜਾ ਆ ਉਹ 1.5 ਮਿਲੀਅਨ 2 ਮਿਲੀਅਨ ਦੇ ਕਰੀਬ ਚਲੇ ਜਾਂਦਾ ਹੈ। ਪਰ ਆਪਾਂ 20 ਸਾਲਾਂ ਤੋਂ ਬਾਅਦ ਵਿੱਚ ਪੈਸਾ ਕੋਈ ਨਹੀਂ ਦਿੱਤਾ। ਸੋ ਇਹ ਪਲਾਨ ਜਿਹੜਾ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਆ, ਗ੍ਰੈਂਡ ਪੇਰੈਂਟਸ ਜਿਹੜੇ ਆ, ਪੇਰੈਂਟਸ ਆ, ਕੋਈ ਚਾਚਾ ਮਾਮਾ ਭੂਆ ਜਿਹੜੀ ਪਲਾਨ ਬੱਚਿਆਂ ਨੂੰ ਗਿਫਟ ਦੇ ਤੌਰ ਤੇ ਵੀ ਲੈ ਕੇ ਦੇਣਾ ਚਾਹੁੰਦੀ ਆ, ਯੂ ਕੈਨ ਬਾਈ ਦਿਸ ਪਲਾਨ। ਕਿਸੇ ਵੀ ਬੱਚੇ ਲਈ ਪਲਾਨ ਲੈ ਸਕਦੇ ਆ, ਤੁਹਾਨੂੰ ਓਨਰ ਬਣਾ ਦਿੱਤਾ ਜਾਂਦਾ ਹੈ, ਤੁਸੀਂ ਪ੍ਰੀਮੀਅਮ ਪੇ ਕਰਦੇ ਆ। ਜਦੋਂ ਬੱਚਾ 21 ਸਾਲ ਦਾ ਹੁੰਦਾ ਹੈ ਜਾਂ 18 ਸਾਲ ਦਾ, ਤੁਸੀਂ ਉਹ ਜਿਹੜਾ ਆਪਣਾ ਪਲਾਨ ਆ ਉਹ ਬੱਚੇ ਦੇ ਨਾਂ ਤੇ ਟ੍ਰਾਂਸਫਰ, ਵੀ ਤੁਸੀਂ ਹੁਣ ਓਨਰ ਹੋ। ਇੰਸ਼ੋਰੈਂਸ ਬੱਚੇ ਦੀ ਹੀ ਹੈ, ਪਰ ਜਿਹੜੀ ਓਨਰ ਦੀ ਜਿਹੜੀ ਕਹਿ ਲਓ ਵੀ ਆਪਾਂ ਜਦੋਂ ਘਰ ਲੈਂਦੇ ਆ ਓਨਰਸ਼ਿਪ ਆਪਾਂ ਟ੍ਰਾਂਸਫਰ ਕਰ ਦਿੰਦੇ ਆ, ਯੂ ਕੈਨ ਡੂ ਦੈਟ ਵਿਲ ਬੀ ਵਨ ਆਫ ਦਾ ਬੈਸਟ ਗਿਫਟ। ਅਗੇਨ ਪੈਸਾ ਜਿਹੜਾ ਤੁਸੀਂ 20 ਸਾਲ ਸਿਰਫ ਪੇ ਕਰਨਾ ਹੈ, ਦੈਟਸ ਇਟ ਜੀ। ਬਿਲਕੁਲ ਜੀ। ਉਮੀਦ ਹੈ ਤੁਹਾਨੂੰ ਜਿਹੜੀ ਅੱਜ ਦੀ ਗੱਲਬਾਤ ਪਸੰਦ ਆ ਰਹੀ ਹੋਵੇਗੀ। ਅਸੀਂ ਬਲਜੀਤ ਢੀਂਡਸਾ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਲਾਈਫ ਇੰਸ਼ੋਰੈਂਸ ਬਾਰੇ, ਔਰ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਉਹਦੇ ਸੁਝਾਅ ਅਸੀਂ ਤੁਹਾਡੇ ਕੋਲੋਂ ਜ਼ਰੂਰ ਮੰਗਾਂਗੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਚਾਹੋਗੇ ਤਾਂ ਬਾਕੀ ਜਿਹੜੇ ਹੋਰ ਪੱਖ ਹੈਗੇ ਆ ਇੰਸ਼ੋਰੈਂਸ ਦੇ ਉਹ ਵੀ ਕਵਰ ਕੀਤੇ ਜਾਣਗੇ। ਸੋ ਬਹੁਤ ਹੀ ਵਧੀਆ ਗੱਲਬਾਤ ਚੱਲ ਰਹੀ ਹੈ ਔਰ ਬਹੁਤ ਸਾਰੇ ਹੋਰ ਕੁਐਸਚਨ ਨੇ ਜਿਹੜੇ ਇਹਨਾਂ ਕੋਲੋਂ ਪੁੱਛਣੇ ਹੈਗੇ ਆਪਾਂ ਨੇ। ਔਰ ਪਲੀਜ਼ ਡੋਂਟ ਚੇਂਜ ਦ ਚੈਨਲ। ਅਸੀਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵਾਪਸ ਮਿਲਦੇ ਹਾਂ। ਅਸੀਂ ਹੁਣੇ ਗਏ ਤੇ ਹੁਣੇ ਆਏ। ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀਓ ਆ ਔਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵੀ ਦੱਸਿਆ ਸੀ ਕਿ ਇਹ ਪ੍ਰੋਗਰਾਮ ਕਮਿਊਨਿਟੀ ਦੇ ਬੈਨੀਫਿਟ ਲਈ ਅਸੀਂ ਲੈ ਕੇ ਆਉਂਦੇ ਹਾਂ। ਕੁਛ ਇਹਦੇ ਵਿੱਚ ਅਵੇਅਰਨੈਸ ਹੁੰਦੀ ਹੈ, ਕੁਛ ਐਜੂਕੇਸ਼ਨਲ ਪ੍ਰੋਗਰਾਮ ਹੁੰਦੇ ਆ, ਕੁਛ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਜੋ ਅਸੀਂ ਕੈਨੇਡਾ ਦੇ ਵਿੱਚ ਵਿਚਰ ਰਹੇ ਹਾਂ, ਕਿਹੜੀਆਂ ਸਾਨੂੰ ਜ਼ਰੂਰਤਾਂ ਨੇ, ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਉੱਤੇ ਅਸੀਂ ਇੱਕ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀਆਂ ਲੋੜਾਂ ਦੇ ਵਿੱਚ ਇਸ ਕੰਟਰੀ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਇੰਸ਼ੋਰੈਂਸ ਜਿਹੜੀ ਹੈਗੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕਾਰ ਇੰਸ਼ੋਰੈਂਸ ਆ, ਹੋਮ ਇੰਸ਼ੋਰੈਂਸ ਆ, ਟਰੈਵਲ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ, ਬੱਚਿਆਂ ਦੀ ਇੰਸ਼ੋਰੈਂਸ ਆ, ਸਾਡੇ ਈਵਨ ਦੋ ਸਾਡੇ ਜਿਹੜੇ ਘਰ ਦੇ ਵਿੱਚ ਸਮਾਨ ਪਿਆ ਉਹਦੀ ਵੀ ਆਪਾਂ ਇੰਸ਼ੋਰੈਂਸ ਕਰਾ ਸਕਦੇ ਹਾਂ। ਹਰ ਇੱਕ ਚੀਜ਼ ਦੀ ਇੰਸ਼ੋਰੈਂਸ ਇੱਥੇ ਕਰਵਾਈ ਜਾ ਸਕਦੀ ਆ ਔਰ ਇਹ ਇੱਕ ਬਹੁਤ ਵੱਡਾ ਵਿਸ਼ਾ ਹੈਗਾ ਜੋ ਕਿ ਅਸੀਂ ਅੱਜ ਛੋਹਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਔਰ ਮੇਰੇ ਨਾਲ ਵਿਸ਼ਾ ਮਾਹਰ ਨੇ ਬਲਜੀਤ ਢੀਂਡਸਾ ਜੀ। ਇੱਕ ਵਾਰੀ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਆਪਾਂ ਗੱਲਬਾਤ। ਸੋ ਬਲਜੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਵੀ ਸਾਰੇ ਵਿਊਅਰਸ ਨੂੰ ਗੁੱਡ ਆਫਟਰਨੂਨ। ਸੋ ਜਿਸ ਤਰ੍ਹਾਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਨੇ ਜਿਹੜੀ ਇੱਕ ਟਰਮ ਇੰਸ਼ੋਰੈਂਸ ਆ ਉਹਦੇ ਬਾਰੇ ਗੱਲਬਾਤ ਕੀਤੀ ਹੈ। ਇੱਕ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਹੋਲ ਲਾਈਫ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਸਾਰੀ ਉਮਰ ਵਾਸਤੇ, ਉਹਦੇ ਬਾਰੇ ਪਰਮਾਨੈਂਟ, ਉਹਦੇ ਬਾਰੇ ਆਪਾਂ ਨੇ ਗੱਲਬਾਤ ਕੀਤੀ ਆ। ਔਰ ਟਰਮ ਇੰਸ਼ੋਰੈਂਸ ਅਤੇ ਪਰਮਾਨੈਂਟ ਇੰਸ਼ੋਰੈਂਸ ਦੇ ਵਿੱਚ ਥੋੜ੍ਹਾ ਜਿਹਾ ਫਰਕ ਆਪਾਂ ਨੇ ਦੇਖਿਆ ਕਿ ਜਿਹੜੀ ਟਰਮ ਇੰਸ਼ੋਰੈਂਸ ਆ ਉਹ ਟੈਂਪਰੇਰੀ ਹੁੰਦੀ ਆ। ਜਿੰਨਾ ਚਿਰ ਤੁਸੀਂ ਪੈਸੇ ਪੇ ਕਰਦੇ ਹੋ ਜਾਂ ਜਿੰਨਾ ਚਿਰ ਦੀ ਤੁਸੀਂ ਟਰਮ ਲਈ ਆ ਉਨਾ ਚਿਰ ਤੁਸੀਂ ਕਵਰ ਹੋ। ਔਰ ਜਿਹੜੀ ਪਰਮਾਨੈਂਟ ਆ ਉਹਨੂੰ ਕੁਛ ਸਮੇਂ ਵਾਸਤੇ ਤੁਹਾਨੂੰ ਪੇ ਕਰਨਾ ਪੈਂਦਾ ਅਤੇ ਫਿਰ ਜਿਹੜੀ ਉਹ ਹੈਗੀ ਆ ਹੋਲ ਲਾਈਫ ਵਾਸਤੇ ਤੁਹਾਡੀ ਜਿਹੜੀ ਇੰਸ਼ੋਰੈਂਸ ਉਹ ਕਵਰ ਰਹਿੰਦੇ ਹੋ ਤੁਸੀਂ। ਸੋ ਇੱਕ ਤੁਸੀਂ ਜ਼ਿਕਰ ਕਰ ਰਹੇ ਸੀਗੇ ਯੂਨੀਵਰਸਲ ਲਾਈਫ ਇੰਸ਼ੋਰੈਂਸ, ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਥੋੜ੍ਹੀ ਜਿਹੀ ਸਾਂਝ ਪਾਇਓ ਕਿ ਯੂਨੀਵਰਸਲ ਲਾਈਫ ਇੰਸ਼ੋਰੈਂਸ ਤੋਂ ਕੀ ਭਾਵ ਹੈ ਜੀ? ਹਾਂਜੀ, ਅਗੇਨ ਜਿਹੜੀ ਯੂਨੀਵਰਸਲ ਲਾਈਫ ਇੰਸ਼ੋਰੈਂਸ ਹੈਗੀ ਆ ਹੋਲ ਲਾਈਫ ਦੀ ਕਹਿ ਲਓ ਵੀ ਇੱਕ ਕਿਸਮ ਦੀ ਟਾਈਪ ਆ, ਪਰਮਾਨੈਂਟ ਇੰਸ਼ੋਰੈਂਸ ਆ। ਇਹਦੇ ਵਿੱਚ ਕੀ ਹੁੰਦਾ ਆ ਵੀ ਆਪਾਂ ਜਿਹੜੀ
ਲਾਈਫ ਇੰਸ਼ੋਰੈਂਸ ਵੀ ਹੈਗੀ ਆ ਕਵਰੇਜ, ਤੇ ਇਹਦੇ ਵਿੱਚ ਇਨਵੈਸਟਮੈਂਟ ਵੀ ਹੈਗੀ ਆ, ਸੈਲਫ ਜਿੱਦਾਂ ਕਹਿ ਲਓ ਵੀ ਇਨਵੈਸਟਮੈਂਟ। ਇਹਦੇ ਵਿੱਚ ਥੋੜ੍ਹਾ ਜਿਹਾ ਜਿੱਦਾਂ ਤੁਹਾਡੇ ਬ੍ਰੋਕਰ ਦਾ ਰੋਲ ਜਿਹੜਾ ਜ਼ਿਆਦਾ ਪਲੇ ਕਰਨਾ ਪੈਂਦਾ ਆ, ਕਰਕੇ ਉਹਨਾਂ ਨੂੰ ਜਿਹੜੇ ਆਪਾਂ ਜਿਹੜੀ ਇਨਵੈਸਟਮੈਂਟ ਆ ਕਾਸਟ ਇੰਸ਼ੋਰੈਂਸ ਦੀ ਕੱਢ ਕੇ, ਮੰਨ ਲਓ ਵੀ ਆਪਾਂ $100 ਇੰਸ਼ੋਰੈਂਸ ਦੇ ਰਹੇ ਹਾਂ, ਹੋ ਸਕਦਾ ਹੈ ਵੀ $30 ਜਿਹੜੇ ਆ ਆਪਣੇ ਕਾਸਟ ਆਫ ਇੰਸ਼ੋਰੈਂਸ ਆ, ਜਿਹੜੇ $70 ਆਪਾਂ ਦੇ ਰਹੇ ਹਾਂ, ਉਹ $70 ਨੂੰ ਲੈ ਕੇ ਆਪਾਂ ਤੁਹਾਡੇ ਵਾਸਤੇ ਇਨਵੈਸਟਮੈਂਟ ਕਰ ਰਹੇ ਹਾਂ। ਤੇ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਨੂੰ ਜਿੱਦਾਂ ਵਰਕ ਕਰਨਾ ਪੈਂਦਾ ਐਜ਼ ਏ ਬ੍ਰੋਕਰ, ਕਰਕੇ ਆਪਾਂ ਜਿਹੜੇ ਫੰਡ ਪਿਕ ਕਰਨੇ ਆ ਉਹ ਤੁਹਾਡੀ ਨੀਡ ਦੇ ਮੁਤਾਬਿਕ, ਤੁਹਾਡੀ ਏਜ ਦੇ ਮੁਤਾਬਿਕ ਪਿਕ ਕਰਨੇ ਆ। ਸੋ ਉਹਦਾ ਕੀ ਹੁੰਦਾ ਹੈ ਵੀ ਉਹਦੇ ਵਿੱਚ ਥੋੜ੍ਹਾ ਜਿਹੀ ਕਹਿ ਲਓ ਵੀ ਜਿਹੜੀ ਇਨਵੈਸਟਮੈਂਟ ਆ ਨੈਚੁਰਲੀ ਆਪਾਂ ਪਿਕ ਕਰਨੇ ਚਾਹੁੰਦੇ ਆ ਫੰਡ ਜਿਹੜੇ ਵੀ ਗਰੋ ਹੋਣ। ਸੋ ਜਿੱਦਾਂ ਜਿੱਦਾਂ ਫੰਡ ਗਰੋ ਹੋ ਰਹੇ ਆ, ਦੈਟ ਮੀਨ ਤੁਹਾਡੀ ਜਿਹੜੀ ਕੈਸ਼ ਵੈਲਿਊ ਕਹਿ ਲਓ ਜਾਂ ਅਕਾਊਂਟ ਦੀ ਵੈਲਿਊ ਜਿਹੜੀ ਆ ਉਹ ਵੱਧਦੀ ਜਾਂਦੀ ਆ, ਤੇ ਜਿਹੜਾ ਆਪਣੇ ਇੰਸ਼ੋਰੈਂਸ ਕਾਸਟ ਆ ਉਹ ਥੋੜ੍ਹਾ ਜਿਹਾ ਆਪਾਂ ਨੂੰ ਹੈਲਪ ਹੋ ਜਾਂਦੀ ਹੈ ਵੀ ਅਗਰ ਆਪਣੀ ਡੈਥ ਹੋ ਜਾਂਦੀ ਆ ਤੇ ਆਪਾਂ ਜਿੰਨੇ ਦੀ ਕਵਰੇਜ ਲਈ ਆ ਪਲੱਸ ਦੀ ਇਨਵੈਸਟਮੈਂਟ ਜਿਹੜੀ ਹੋ ਰਹੀ ਆ ਉਹ ਪੇ ਕੀਤੀ ਜਾਂਦੀ ਆ ਬੈਨੀਫਿਸ਼ਰੀ ਨੂੰ, ਜਿਹਦਾ ਵੀ ਨਾਮ ਤੁਸੀਂ ਬੈਨੀਫਿਸ਼ਰੀ ਦਾ ਪਾਲਿਸੀ ਦੇ ਵਿੱਚ ਐਜ਼ ਏ ਬੈਨੀਫਿਸ਼ਰੀ ਲਿਖਾਇਆ ਹੁੰਦਾ ਆ। ਸੋ ਥੋੜ੍ਹਾ ਜਿਹਾ ਇਹਦੇ ਵਿੱਚ ਕਹਿ ਲਓ ਵੀ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ। ਇਹ ਜਿਹੜਾ ਪ੍ਰੋਡਕਟ ਆ ਬਿਕਾਜ਼ ਥੋੜ੍ਹਾ ਜਿਹਾ ਕੰਪਲੈਕਸ ਹੋਣ ਕਰਕੇ ਜਿਹੜੀ ਆਪਾਂ ਇੰਸ਼ੋਰੈਂਸ ਕਾਸਟ ਦੇ ਰਹੇ ਹਾਂ ਇਜ਼ ਅ ਈਅਰਲੀ ਕਾਸਟ, ਰਾਈਟ। ਸੋ ਜਿੱਦਾਂ ਜਿੱਦਾਂ ਤੁਹਾਡੀ ਏਜ ਵਧੀ ਜਾਂਦੀ ਆ ਉੱਦਾਂ ਉੱਦਾਂ ਜਿਹੜੀ ਕਾਸਟ ਆਫ ਇੰਸ਼ੋਰੈਂਸ ਆ ਨੈਚੁਰਲੀ ਉਹਨੇ ਵੀ ਵਧੀ ਜਾਣਾ ਹੈ। ਸੋ ਜੇ ਐਟ ਦ ਬਿਗਿਨਿੰਗ ਆਪਾਂ $100 ਦੀ ਐਗਜ਼ਾਮਪਲ ਯੂਜ਼ ਕੀਤੀ ਆ, $30 ਆਪਣੇ ਇੰਸ਼ੋਰੈਂਸ ਸਾਈਡ ਨੂੰ ਜਾ ਰਹੇ ਸੀ ਤੇ $70 ਆਪਣੇ ਇਨਵੈਸਟਮੈਂਟ ਸਾਈਡ ਨੂੰ ਜਾ ਰਹੇ ਸੀ। ਹੁਣ ਨੈਚੁਰਲੀ ਜਿੱਦਾਂ ਜਿੱਦਾਂ ਆਪਣੀ ਏਜ ਇਨਕਰੀਜ਼ ਹੋਈ ਜਾਂਦੀ ਆ, ਸੋ ਜਿਹੜਾ $30 ਆ ਹੋ ਸਕਦਾ 40, 50, 60, ਤੇ ਕਈ ਵਾਰੀ ਇੱਦਾਂ ਵੀ ਹੁੰਦਾ ਆ ਵੀ ਉਹ ਜਿਹੜਾ ਕਾਸਟ ਆਫ ਇੰਸ਼ੋਰੈਂਸ ਆ ਉਹ ਆਲਮੋਸਟ ਇਕੁਅਲ ਟੂ ਦਾ ਪ੍ਰੀਮੀਅਮ ਹੋ ਜਾਂਦੀ ਆ ਜਿੰਨਾ ਆਪਾਂ ਪ੍ਰੀਮੀਅਮ ਟੋਟਲੀ ਪੇ ਕਰ ਰਹੇ ਸੀ। ਸੋ ਉੱਥੇ ਆਪਾਂ ਨੂੰ ਫਿਰ ਇੱਦਾਂ ਹੁੰਦਾ ਆ ਵੀ ਜਿਹੜੇ ਆਪਾਂ ਫੰਡ ਲਏ ਹੋ ਆ ਜਿਨ੍ਹਾਂ ਵਿੱਚ ਆਪਾਂ ਇਨਵੈਸਟਮੈਂਟ ਕੀਤੀ ਆ ਉਹਦੀ ਰਿਟਰਨ ਗੁੱਡ ਆਵੇ ਕਿ ਜਿਹੜੀ ਕਾਸਟ ਆਫ ਇੰਸ਼ੋਰੈਂਸ ਆ ਉਹਨੂੰ ਚੁੱਕਣਾ ਸ਼ੁਰੂ ਕਰ ਦੇਵੇ, ਰਾਈਟ। ਉਹਦੇ ਵਿੱਚੋਂ ਆਪਾਂ ਪੇ ਕਰਨਾ ਸ਼ੁਰੂ ਕਰ ਦਈਏ ਵੀ ਕਾਸਟ ਆਫ ਇੰਸ਼ੋਰੈਂਸ ਜਿਹੜੀ ਆ। ਸੋ ਇਹ ਜਿਹੜਾ ਪ੍ਰੋਡਕਟ ਆ ਮੈਂ ਹਮੇਸ਼ਾ ਹਰ ਇੱਕ ਇਨਸਾਨ ਨੂੰ ਨਹੀਂ ਇਹ ਰੈਕਮੈਂਡ ਕਰਦੀ ਹੈਗੀ, ਕਰਕੇ ਇਹ ਥੋੜ੍ਹੇ ਜਿਹੜੇ ਆਪਣੇ ਬਿਜ਼ਨਸ ਪੀਪਲ ਕਹਿ ਲਓ ਜਿਨ੍ਹਾਂ ਦਾ ਥੋੜ੍ਹਾ ਜਿਹਾ ਝੁਕਾਅ ਇਨਵੈਸਟਮੈਂਟ ਲਈ ਜਾਂ ਉਹਨਾਂ ਦੀ ਨੌਲੇਜ ਜਿਹੜੀ ਆ ਮਿਊਚੁਅਲ ਫੰਡ ਨੂੰ ਲੈ ਕੇ ਜਾਂ ਬਾਂਡ ਫੰਡ ਜਿਹੜੇ ਆ ਸੈਗ ਫੰਡ ਆ, ਅਗਰ ਉਹਨਾਂ ਵਿੱਚ ਥੋੜ੍ਹੀ ਜਿਹੀ ਉਹ ਨੌਲੇਜ ਰੱਖਦੇ ਆ ਦੈਨ ਆਈ ਰੈਕਮੈਂਡ ਦਿਸ ਪ੍ਰੋਡਕਟ। ਅਦਰਵਾਈਜ਼ ਮੈਂ ਕਹਿ ਦਿੰਦੀ ਥੋੜ੍ਹਾ ਜਿਹਾ ਰਿਸਕੀ ਆ, ਕਰਕੇ ਅਗਰ ਆਪਾਂ ਰੋਂਗ ਟਾਈਪ ਦੀ ਇਨਵੈਸਟਮੈਂਟ ਚੂਜ਼ ਕਰ ਲਈ ਦੈਨ ਦੈਟ ਮੀਨ ਯੂ ਗੋਇੰਗ ਟੂ ਬੀ ਐਂਡ ਅਪ ਪੇਇੰਗ your premium lot more than ਜਿਹੜਾ ਆਪਾਂ ਪਹਿਲਾਂ originally schedule ਕੀਤਾ ਹੈ, ਰਾਈਟ। ਥੋੜਾ ਜਿਹਾ ਹਾਰਡ ਹੋ ਜਾਂਦਾ ਹੈ। ਸੋ that's why I don't recommend this product for general public। ਮੈਂ ਕਹਿ ਦਿੰਦੀ ਥੋੜਾ ਜਿਹਾ ਇਸ ਪ੍ਰੋਡਕਟ ਤੋਂ ਦੂਰ ਹੀ ਰਹੋ, ਕਰਕੇ ਇਹਦੇ ਵਿੱਚ ਆਪਣਾ ਜਿਹੜਾ ਇੰਟਰਸਟ ਰੇਟ ਵੀ ਚੱਲ ਰਿਹਾ ਹੈ ਭਾਜੀ ਅੱਜ ਕੱਲ੍ਹ ਦੀ ਜਿਹੜੀ এনवायरमेंट ਕਹਿ ਲਓ ਉਹਦੇ ਵਿੱਚ ਵੀ ਆਪਾਂ ਨੂੰ ਫਿਰ ਥੋੜਾ ਜਿਹਾ ਫੰਡ ਜਿਹੜੇ ਆ ਥੋੜਾ ਜਿਹਾ ਧਿਆਨ ਦੇ ਨਾਲ ਪਿਕ ਕਰਨੇ ਪੈਂਦੇ ਆ, ਕਿ ਕਰਕੇ ਜਿਹੜੀ ਲੋ ਇੰਟਰਸਟ ਵਾਲੀ এনवायरमेंट ਆ ਨੈਚੁਰਲੀ ਜੇ ਆਪਾਂ ਜਿਹੜੀ ਆਪਣੀ ਮਾਰਕੀਟ ਆ ਉਹ ਵੀ ਬੜੀ ਅਪ ਐਂਡ ਡਾਊਨ ਹੋ ਰਹੀ ਆ। ਸੋ ਉਹਦੇ ਵਿੱਚ ਆਪਾਂ ਥੋੜਾ ਜਿਹਾ ਰਿਸਕ ਨਹੀਂ ਲੈਣਾ ਚਾਹੁੰਦੇ, what I'm trying to say। ਜੀ ਸੋ ਇੱਕ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜਾ ਇੱਕ ਬ੍ਰੋਕਰ ਹੈਗਾ ਜਿਹੜਾ ਆਪਾਂ ਕਹਿ ਲਈਏ ਕਿ ਇੰਸ਼ੋਰੈਂਸ ਬ੍ਰੋਕਰ ਹੈ, ਹਾਂਜੀ, ਉਹਦਾ ਕੀ ਰੋਲ ਹੁੰਦਾ? ਕਿਉਂਕਿ ਜੇ ਆਪਾਂ ਦੇਖਿਆ ਜਾਵੇ ਜਿਹੜੀਆਂ ਦੂਸਰੀਆਂ ਹੋਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇੱਕ ਬੰਦਾ ਇੱਕ ਪਰਟੀਕੂਲਰ ਕੰਪਨੀ ਦੇ ਨਾਲ ਕੰਮ ਕਰਦਾ, ਜਿਵੇਂ ਆਪਾਂ ਕਹਿ ਲਈਏ ਬੈਂਕ ਐਗਜ਼ਾਮਪਲ ਲੈ ਲਈਏ, ਏਜੰਟ, ਹਾਂਜੀ, ਜਿਹੜਾ ਇੱਕ ਬੈਂਕ ਦੇ ਨਾਲ ਹੀ ਕੰਮ ਕਰਦਾ ਉਹ ਸਿਰਫ ਬੈਂਕ ਤੋਂ ਹੀ ਤੁਹਾਨੂੰ ਇੰਸ਼ੋਰੈਂਸ ਖਰੀਦ ਕੇ ਦੇ ਸਕਦਾ, ਹੋਰ ਕਿਤੇ ਸ਼ਾਪ ਅਰਾਊਂਡ ਨਹੀਂ ਕਰ ਸਕਦਾ। ਸੋ ਜਿਹੜਾ ਇੰਸ਼ੋਰੈਂਸ ਬ੍ਰੋਕਰ ਹੈਗਾ ਉਹ ਕਿਸ ਤਰ੍ਹਾਂ ਵਰਕ ਕਰਦਾ ਜਾਂ ਕਿਵੇਂ ਉਹ ਦੇਖਦੇ ਆ ਕਿ ਆਹ ਚੀਜ਼ ਬੈਨੀਫੀਸ਼ੀਅਰੀ ਹੈ ਮੇਰੇ ਕਲਾਇੰਟ ਵਾਸਤੇ, ਜਾਂ ਇਹਦੀਆਂ ਨੀਡਸ ਕੀ ਨੇ, ਜਾਂ ਉਹ ਕੀ ਰੋਲ ਕੀ ਹੈ ਦਾ ਜਿਹੜਾ ਜੇ ਆਪਾਂ ਦੇਖਿਆ ਜਾਵੇ ਇੱਕ ਬ੍ਰੋਕਰ ਦਾ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ, ਬਿਕਾਜ਼ ਜਿਹੜਾ ਬ੍ਰੋਕਰ ਆ ਜੀ ਉਹਦੀ ਜੌਬ ਹੀ ਐਕਚੁਅਲੀ ਇੱਦਾਂ ਆ ਵੀ ਉਹਨਾਂ ਨੇ ਜਿਹੜੀਆਂ ਕੰਪਨੀਆਂ ਆ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਡੀਲ ਕਰਦੀ ਆ। ਏਜੰਟ ਜਿਹੜਾ ਆ ਉਹਨੇ ਇੱਕ ਕੰਪਨੀ ਦੇ ਨਾਲ ਕੰਮ ਕਰਨਾ ਆ। ਜਿੱਦਾਂ ਤੁਸੀਂ ਐਗਜ਼ਾਮਪਲ ਯੂਜ਼ ਕੀਤੀ ਆ ਬੈਂਕ ਦੀ, ਸੋ ਨੈਚੁਰਲੀ ਅਗਰ ਮੈਂ CIBC ਜਾਂ TD ਕਿਸੇ ਵੀ ਇੰਸਟੀਟਿਊਸ਼ਨ ਨਾਲ ਕੰਮ ਕਰ ਰਿਹਾ ਹਾਂ, ਈਵਨ ਸਨ ਲਾਈਫ ਇੰਸ਼ੋਰੈਂਸ,
ਅਗਰ ਮੈਂ ਸਨ ਲਾਈਫ ਦਾ ਇੰਸ਼ੋਰੈਂਸ ਦਾ ਕੰਪਨੀ ਦਾ ਏਜੰਟ ਹਾਂ, ਦੈਟ ਮੀਨ ਨੈਚੁਰਲੀ ਮੈਂ ਇਕੱਲੇ ਸਨ ਲਾਈਫ ਇੰਸ਼ੋਰੈਂਸ ਦੇ ਪ੍ਰੋਡਕਟ ਹੀ ਸੈੱਲ ਕਰਨੇ ਆ। ਜਿੱਥੇ ਆਪਣਾ ਬ੍ਰੋਕਰ ਆ ਜਾਂਦਾ, ਬ੍ਰੋਕਰ ਦਾ ਰੋਲ ਕੀ ਆ ਕਰਕੇ ਉਹ ਵਨ ਇਜ਼ ਹਿਜ਼ ਜੌਬ ਔਰ ਹਰ ਜੌਬ ਇਜ਼ to find the good product for his client, right? Number one. ਦੂਸਰਾ ਹੁੰਦਾ ਵੀ ਉਹਨਾਂ ਨੂੰ ਟਾਈਮ ਸੇਵ ਕਰਨ, ਵੀ ਉਹਨਾਂ ਦਾ ਟਾਈਮ ਸੇਵ ਹੋਵੇ ਕਰਕੇ ਉਹਨਾਂ ਨੂੰ ਲੋੜ ਨਹੀਂ, ਕਲਾਇੰਟ ਨੂੰ ਲੋੜ ਨਹੀਂ ਪਵੇ ਵੀ ਉਹਨਾਂ ਨੇ ਆਲੇ ਦੁਆਲੇ ਦੇਖਣਾ ਹੈ ਵੀ ਅਸੀਂ ਕਿਹੜੀ ਕੰਪਨੀ ਗੋਡਿਆ, ਕਿਹੜਾ ਉਹਨਾਂ ਦਾ ਪ੍ਰੋਡਕਟ ਗੋਡਿਆ, ਕਿਹੜੇ ਥੋੜਾ ਸਾਨੂੰ ਗੁੱਡ ਰੇਟ ਤੇ ਦੇ ਰਿਹਾ ਹੈ। ਇਹ ਬ੍ਰੋਕਰ ਦੀ ਜੌਬ ਹੋ ਜਾਂਦੀ ਆ। ਤੇ ਤੀਸਰਾ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਇਟਸ ਵੈਰੀ ਗੁੱਡ ਫॉर ਦ ਕਲਾਇੰਟ ਬਿਕਾਜ਼ ਨਾਟ ਓਨਲੀ ਉਹਨਾਂ ਦਾ ਟਾਈਮ ਸੇਵ ਹੁੰਦਾ, ਉਹਨਾਂ ਦੀ ਮਨੀ ਵੀ ਸੇਵ ਹੁੰਦੀ ਹੈ। ਤੇ ਦੈਨ ਵੀ ਆਲਸੋ ਲੁੱਕ ਐਟ ਇਟ ਸੇਇੰਗ ਇਹਨਾਂ ਦੀ ਪਰਸਨਲ ਨੀਡ ਕੀ ਆ, ਇਹਨਾਂ ਨੂੰ ਪਲਾਨ ਕਿਹੜਾ ਲੈ ਕੇ ਦੇਣਾ ਆ। ਤੇ ਜਿਹੜੀ ਪਲੈਨਿੰਗ ਆ ਅਸੀਂ ਜਿਹੜਾ ਆਲਮੋਸਟ ਕਹਿ ਲਓ ਵੀ ਆਪਣੇ 50 ਸਾਲ 60 ਸਾਲ ਅਗਰ ਪਰਸਨ 35 ਈਅਰ ਓਲਡ ਆ, ਆਪਾਂ ਉਹਨਾਂ ਦੇ ਜਿਹੜੇ ਨੈਕਸਟ 50 ਸਾਲ ਜਿਹੜੇ ਆ ਉਹਨਾਂ ਨੂੰ ਨੈਚੁਰਲੀ ਆਪਾਂ ਧਿਆਨ ਵਿੱਚ ਰੱਖਦੇ ਹੋਏ ਆਪਾਂ ਪਲਾਨ ਤਿਆਰ ਕਰਦਾ ਬ੍ਰੋਕਰ, ਰਾਈਟ? ਏਜੰਟ ਨੇ ਜਿਹੜਾ ਆ ਉਹਨੇ ਸਿਰਫ ਇਹ ਦੇਖਣਾ ਵੀ ਦਿਸ ਇਜ਼ ਵਾਟ ਆਈ ਹੈਵ, ਸਾਡੇ ਕੋਲ ਕੰਪਨੀ ਕੋਲ 4 ਪ੍ਰੋਡਕਟ ਆ, ਹੁਣ ਇਹਨਾਂ 4 ਪ੍ਰੋਡਕਟਾਂ ਵਿੱਚੋਂ ਮੈਂ ਕਿਹੜਾ ਸੈੱਲ ਕਰਾਂ ਇਹਨਾਂ ਨੂੰ। ਜੇ ਅਗਰ ਟਰਮ ਚਾਹੁੰਦੇ ਆ, ਅਗਰ ਮੈਂ ਟਰਮ ਸੈੱਲ ਕਰਦਾ ਆ, $100 ਦੀ ਉਹ ਟਰਮ ਉਹਨਾਂ ਨੂੰ ਮਿਲ ਰਹੀ ਆ, ਉਹ ਉਹਨਾਂ ਨੂੰ ਇੱਦਾਂ ਨਹੀਂ ਕਰ ਸਕਦੇ ਵੀ ਕਲਾਇੰਟ ਨੂੰ ਅਸੀਂ ਇਹ $80 'ਚ ਦੇ ਸਕਦੇ ਹਾਂ। ਦੇ ਕੈਨ ਨਾਟ ਡੂ ਦੈਟ, ਉਹਨਾਂ ਕੋਲ ਚੋਇਸ ਹੀ ਨਹੀਂ ਹੈਗੀ। ਯਾ ਸੋ ਬਲਜੀਤ ਜੀ, ਜਦੋਂ ਤੁਸੀਂ ਇੰਸ਼ੋਰੈਂਸ ਕਰਦੇ ਹੋ ਐਜ਼ ਏ ਬ੍ਰੋਕਰ, ਤੁਸੀਂ ਕਿਸੇ ਕਲਾਇੰਟ ਦੇ ਨਾਲ ਬੈਠਦੇ ਹੋ ਜਾਂ ਕੋਈ ਵੀ ਜਿਹੜਾ ਹੈਗਾ ਏਜੰਟ ਆ ਜਾਂ ਬ੍ਰੋਕਰ ਆ ਉਹ ਬੈਠਦਾ ਕਲਾਇੰਟ ਦੇ ਨਾਲ, ਕਿਹੜੀਆਂ ਮੇਨ ਚੀਜ਼ਾਂ ਦੇਖਦੇ ਹੋ ਤੁਸੀਂ? ਕਿਹੜੇ ਮੇਨ ਕੁਐਸਚਨ ਹੁੰਦੇ ਆ ਜਾਂ ਕਿਹੜੇ ਕੁਐਸਚਨ ਜਿਹੜੇ ਲੋਕਾਂ ਨੂੰ ਆਨਸਰ ਕਰਨੇ ਚਾਹੀਦੇ ਆ, ਹਾਈਡ ਨਹੀਂ ਕਰਨੇ ਚਾਹੀਦੇ, ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਕਲੇਮ ਲਈਏ ਜਾਂ ਕੋਈ ਪ੍ਰੋਬਲਮ ਆਵੇ ਤੇ ਆਪਾਂ ਨੂੰ ਉਹਦੇ ਜਿਹੜੀ ਉਹ ਕਦੇ ਬੈਰੀਅਰ ਨਾ ਬਣ ਜਾਣ, ਜਿਹੜੇ ਆਪਾਂ ਨੂੰ ਆਨਸਰ ਦਿੱਤੇ ਵੀ ਆ। ਕਿਹੜੇ ਮੇਨ ਕੁਐਸਚਨ ਹੁੰਦੇ ਆ ਜਿਹੜੇ ਸਾਨੂੰ ਓਨੈਸਟਲੀ ਦੱਸਣੇ ਚਾਹੀਦੇ ਆ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਮੈਂ ਹਮੇਸ਼ਾ ਹੀ ਭਾਜੀ ਕਹਿੰਦੀ ਹੁੰਦੀ ਹਾਂ, ਮੈਂ ਕਹਿੰਦੀ ਹਾਂ ਇੱਕ ਲਾਇਰ ਹੋ ਗਏ, ਵਕੀਲ ਹੋ ਗਏ, ਦੂਸਰਾ ਤੁਹਾਡਾ ਡਾਕਟਰ ਆ, ਤੀਸਰਾ ਹੈਗਾ ਆ ਤੁਹਾਡਾ ਬ੍ਰੋਕਰ, ਇੰਸ਼ੋਰੈਂਸ ਬ੍ਰੋਕਰ। ਇਹਨਾਂ ਤਿੰਨਾਂ ਤੋਂ ਤੁਸੀਂ ਓਪਨਲੀ ਕਮਿਊਨੀਕੇਸ਼ਨ ਰੱਖੋ। ਇਹਨਾਂ ਦੇ ਨਾਲ ਕੋਈ ਵੀ ਤੁਹਾਡੀ ਪ੍ਰੋਬਲਮ ਆ, ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰੋ ਕਰਕੇ ਉਹਨਾਂ ਕੋਲ ਹਰੇਕ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਹੈਗਾ ਆ। ਸੋ ਹੁਣ ਆਪਣੀ ਗੱਲ ਹੋ ਰਹੀ ਹੈ ਇੰਸ਼ੋਰੈਂਸ ਦੀ। ਅਗਰ ਜਦੋਂ ਆਪਾਂ ਇੰਸ਼ੋਰੈਂਸ ਲੈ ਰਹੇ ਹਾਂ, ਜਦੋਂ ਆਪਾਂ ਕਲਾਇੰਟ ਦੇ ਨਾਲ ਬੈਠਦੇ ਹਾਂ, ਸਾਡਾ ਪਹਿਲਾ ਕੁਐਸਚਨ ਹੁੰਦਾ ਹੈ ਭਾਜੀ, ਆਪਾਂ ਦੇਖਣਾ ਹੁੰਦਾ ਵੀ ਇਹਨਾਂ ਦੀ ਨੀਡ ਕੀ ਆ। ਐਕਚੁਅਲੀ ਇਹਨਾਂ ਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਹੈਗੀ। ਸੋ ਆਪਾਂ ਉਹਨਾਂ ਦੀ ਇੰਸ਼ੋਰੈਂਸ ਨੀਡ ਅਸੀਂ ਪ੍ਰੋਪਰ ਤੌਰ 'ਤੇ ਨੀਡ ਐਨ ਅਨਾਲਿਸਿਸ ਕਰਦੇ ਹਾਂ। ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਤੁਹਾਡੀ ਲਾਇਬਿਲਿਟੀ ਕਿੰਨੀ ਆ, ਤੁਸੀਂ ਇਨਕਮ ਕਿੰਨੀ ਬਣਾ ਕੇ ਲੈ ਕੇ ਆ ਰਹੇ ਹੋ, ਤੁਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਆ, ਤੇ ਬੱਚਿਆਂ ਦੀ ਏਜ ਕਿੰਨੀ ਆ, ਰਾਈਟ? ਸੋ ਇਹ ਆਪਣਾ ਤੁਹਾਡਾ ਜਿਹੜਾ ਸਪਾਊਸ ਆ ਉਹ ਜੋਬ ਕਰ ਰਹੇ ਆ, ਉਹਨਾਂ ਦੀ ਇਨਕਮ ਕਿੰਨੀ ਆ, ਤੇ ਆਪਾਂ ਇਹਦੇ ਵਿੱਚ ਇਹ ਵੀ ਦੇਖਦੇ ਹਾਂ ਵੀ ਤੁਹਾਡੀ ਜਿਹੜੀ ਹੈਲਥ ਆ ਉਹ ਕਿਵੇਂ ਆ। ਦੈਟਸ ਅ ਬਿਗ ਫੈਕਟਰ। ਆਪਾਂ ਇਹ ਵੀ ਕੁਐਸਚਨ ਪੁੱਛ ਲੈਂਦੇ ਹਾਂ ਉਹਨਾਂ ਨੂੰ ਵੀ ਤੁਹਾਡੇ ਜਿਹੜੇ ਪੇਰੈਂਟਸ ਆ, ਆਰ ਦੇ ਲਿਵਿੰਗ ਰਾਈਟ ਨਾਓ, ਰਾਈਟ? ਉਹਨਾਂ ਦੀ ਅਗਰ ਡੈਥ ਹੋ ਗਈ ਆ ਆਲਰੇਡੀ, ਤੇ ਉਹਨਾਂ ਦੀ ਕਿਹੜੇ ਕਾਰਨ ਕਰਕੇ ਡੈਥ ਹੋਈ ਸੀ। ਸੋ ਆਪਾਂ ਜਦੋਂ ਇਹ ਕੁਐਸਚਨ ਬਿਗਿਨਿੰਗ ਤੇ ਪੁੱਛਦੇ ਹਾਂ, ਇਹਦਾ ਰੀਜ਼ਨ ਕੀ ਹੁੰਦਾ ਹੈ ਜਿਵੇਂ ਦੈਨ ਵੀ ਕੈਨ ਪਲੇਸ ਦੈਟ ਬਿਜ਼ਨਸ ਵੀ ਇਹ ਜਿਹੜੀ ਕੰਪਨੀ ਆ ਇਸ ਨਾਲ ਆਪਾਂ ਜਾ ਸਕਦੇ ਹਾਂ। ਇੱਕ ਤਾਂ ਉਹਨਾਂ ਦਾ ਕਲੇਮ ਐਕਸਪੀਰੀਅੰਸ ਬਹੁਤ ਗੁੱਡ ਆ, ਦੂਸਰਾ ਵੀ ਜੇ ਪਰਸਨ ਦੀ ਹੈਲਥ ਜਿਹੜੀ ਆ, ਇਹਨੂੰ ਥੋੜੇ ਹੈਲਥ ਇਸ਼ੂ ਮੇ ਬੀ ਇਨ ਦਾ ਪਾਸਟ ਆ ਗਏ ਆ, ਅਸੀਂ ਇਸ ਕੰਪਨੀ ਦੇ ਨਾਲ ਜਾ ਸਕਦੇ ਹਾਂ, ਰਾਈਟ? ਸੋ ਆਪਣੇ ਕੋਲ ਸੋਲੂਸ਼ਨ ਜਦੋਂ ਆਪਾਂ ਬਿਗਿਨਿੰਗ ਤੇ ਦੱਸ ਦਿੰਦੇ ਹਾਂ, ਆਪਾਂ ਜਿਹੜੀ ਕਮਿਊਨੀਕੇਸ਼ਨ ਲਾਈਨ ਆ ਫੁੱਲੀ ਓਪਨ ਰੱਖਦੇ ਹਾਂ ਇੱਕ ਆਪਣੇ ਬ੍ਰੋਕਰ ਦੇ ਨਾਲ, ਦੈਨ ਵੀ ਹੈਵ ਦਾ ਸੋਲੂਸ਼ਨ। ਸੋ ਮੈਂ ਹਮੇਸ਼ਾ ਕਹਿੰਦੀ ਹਾਂ ਕੋਈ ਵੀ ਲੁਕਾਉਣ ਦੀ ਚੀਜ਼ ਨਹੀਂ ਲੋੜ ਹੈਗੀ ਕਰਕੇ। ਅਗਰ ਆਪਾਂ ਲੁਕਾਉਂਦੇ ਹਾਂ ਆਪਣੇ ਹੈਲਥ ਬਾਰੇ, ਆਪਣੇ ਕੋਲ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਰਿਕਾਰਡ ਹੋ ਰਹੀ ਆ। ਆਪਾਂ ਜਾਂਦੇ ਹਾਂ ਡਾਕਟਰ ਦੇ ਕੋਲ, ਆਪਾਂ ਆਪਣਾ ਹੈਲਥ ਕਾਰਡ ਦਿਖਾ ਰਹੇ ਹਾਂ ਉਹਨਾਂ ਨੂੰ। ਸੋ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਕੋਡਿੰਗ ਦੇ ਤੌਰ ਤੇ MIV ਅਸੀਂ ਕਹਿੰਦੇ ਹਾਂ, ਮੈਡੀਕਲ ਇਨਫੋਰਮੇਸ਼ਨ ਬਿਊਰੋ, ਉਹਨਾਂ ਦੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਚਲੇ ਜਾਂਦੀ ਆ। ਤੇ ਤੀਸਰਾ ਅਸੀਂ ਭਾਜੀ ਜਿਹੜਾ ਆਪਣੇ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਨਾਟ ਓਨਲੀ ਆਰ ਕਮਿਊਨਿਟੀ, ਅਸੀਂ ਡਰਿੰਕਿੰਗ ਬਾਰੇ ਵੀ ਉਹਨਾਂ ਦੀ ਜਿਹੜੀ ਕਹਿ ਲਓ ਵੀ ਲਾਈਫ ਸਟਾਈਲ
ਰਾਈਟ, ਉਹਨਾਂ ਦੀਆਂ ਹੈਬਿਟ ਕਿੱਦਾਂ ਦੀਆਂ ਆ, ਅਸੀਂ ਉਹਨਾਂ ਬਾਰੇ ਵੀ ਪੁੱਛਦੇ ਹਾਂ। ਅਸੀਂ ਇਹ ਵੀ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਵੀ ਉਹਨਾਂ ਨੇ ਬੈਂਕਰਪਸੀ ਤੇ ਨਹੀਂ ਡਿਕਲੇਅਰ ਕੀਤੀ ਹੋ, ਅਸੀਂ ਉਹਦੇ ਬਾਰੇ, ਉਹਨਾਂ ਦਾ ਜਿਹੜਾ ਕਹਿ ਲਓ ਵੀ ਡਰਾਈਵਿੰਗ ਰੈਕਡ ਜਿਹੜਾ ਆ ਉਹਦੇ ਬਾਰੇ ਵੀ ਪੁੱਛਿਆ ਜਾਂਦਾ ਹੈ। ਸੋ ਜੌਬ ਰਿਲੇਟਡ ਵੀ ਹੈਗਾ, ਜੇ ਕੋਈ ਰਿਸਕੀ ਜੌਬ ਹੈਗੀ ਆ, ਜ਼ਿਆਦਾ ਖਤਰਾ ਨੂੰ ਉਸ ਬੰਦੇ ਨੂੰ, ਉਹਦਾ ਵੀ ਫਰਕ ਪੈਂਦਾ? ਹਾਂਜੀ, ਨੈਚੁਰਲੀ ਕਰਕੇ ਜਦੋਂ ਇੰਸ਼ੋਰੈਂਸ ਕੰਪਨੀ ਆਪਾਂ ਨੂੰ ਇੰਸ਼ੋਰੈਂਸ ਦੇ ਰਹੀ ਆ, ਉਹ ਦੇਖ ਰਹੇ ਆ ਵੀ ਓਕੇ ਹੁਣ ਜਿਹੜਾ ਖਤਰਾ ਆ ਉਹ ਕਿਹੜੀ, ਜਾਂ ਰਿਸਕ ਕਹਿ ਲਓ, ਕਿਹੜੀ ਸਾਈਡ ਤੋਂ ਸਾਨੂੰ ਆ ਸਕਦਾ ਆ ਜਦੋਂ ਆਪਾਂ ਇਸ ਪਰਸਨ ਦੀ ਇੰਸ਼ੋਰੈਂਸ ਕਰ ਰਹੇ ਹਾਂ। ਇਹਨਾਂ ਦੀ ਹੈਲਥ ਕਰਕੇ ਆ ਸਕਦਾ ਆ ਕਿ ਇਹਨਾਂ ਨੇ ਬੈਂਕਰਪਸੀ ਡਿਕਲੇਅਰ ਕੀਤੀ ਆ, ਇਜ਼ ਨਾਟ ਵੈਰੀ ਫਾਈਨੈਂਸ਼ੀਅਲੀ ਰਿਸਪਾਂਸਿਬਲ, ਰਾਈਟ। ਸੋ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਰਿਸਕ ਆ। ਹੁਣ ਤੁਸੀਂ ਜੌਬ ਬਾਰੇ ਪੁੱਛਿਆ ਆ, ਉਹਦੇ ਵਿੱਚ ਵੀ ਅਗਰ ਆਪਾਂ ਪਾਇਲਟ, ਹਾਂ ਵੀ ਆਪਾਂ ਕਹਿ ਲਓ ਵੀ ਸਕੂਬਾ ਡਰਾਈਵਿੰਗ ਕਰਦੇ ਹਾਂ, ਜਾਂ ਆਪਾਂ ਕਹਿੰਦੇ ਹਾਂ ਬੰਜੀ ਜੰਪਿੰਗ ਕਰਦੇ ਹਾਂ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹਦੇ ਵਿੱਚ ਆਪਾਂ ਨੂੰ ਰਿਸਕ ਜਿਹੜਾ ਆ ਨਾ, ਆਪਾਂ ਲੱਕੀ ਆ ਵੀ ਨਹੀਂ ਹੋ ਰਹੀ ਇਹ ਚੀਜ਼, ਪਰ ਆਪਾਂ ਨੂੰ ਰਿਸਕ ਵੀ ਦਿਸ ਰਿਹਾ ਆ ਭਾਜੀ, ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ, ਰਾਈਟ। ਸੋ ਉਹ ਜਿਹੜੀ ਇਹ ਇੰਸ਼ੋਰੈਂਸ ਕਈ ਕੰਪਨੀਆਂ ਤਾਂ ਕਹਿ ਦਿੰਦੀਆਂ ਵੀ ਅਸੀਂ, ਜੇ ਤੁਸੀਂ ਪਾਇਲਟ ਹੋ ਅਸੀਂ ਇੰਸ਼ੋਰੈਂਸ ਤੁਹਾਨੂੰ ਨਹੀਂ ਆਫਰ ਕਰ ਸਕਦੇ। ਸੋ ਇਹਦਾ ਰੀਜ਼ਨ ਇਹ ਵੀ ਹੈਗਾ ਆ ਵੀ ਜਦੋਂ ਆਪਾਂ ਪੁੱਛਿਆ, ਕੁਐਸਚਨ ਪੁੱਛਿਆ ਗਿਆ ਸੀ ਇੰਸ਼ੋਰੈਂਸ ਸਾਨੂੰ ਲੈਣੀ ਕਦੋਂ ਚਾਹੀਦੀ ਆ। ਸੋ ਯੂ ਨੋ ਵਾਟ, ਗੈਟ ਦੀ ਇੰਸ਼ੋਰੈਂਸ ਵੈਨ ਯੂ ਆਰ ਹੈਲਥੀ, ਐਂਡ ਇਫ ਯੂ ਆਰ ਪਲੈਨਿੰਗ ਟੂ ਡਰਾਈਵ ਅ plane, maybe get the insurance before you get the job, right? So ਇਹ ਜਿਹੜੀ अर्ली ਏਜ ਦੇ ਵਿੱਚ ਲੈਣ ਦੇ ਫਾਇਦੇ ਹੈਗੇ, ਤੁਹਾਡੀ ਜਿਹੜੀ ਬਾਅਦ ਦੇ ਵਿੱਚ ਇਹ ਚੀਜ਼ਾਂ ਕਵਰ ਨਹੀਂ ਹੁੰਦੀਆਂ। ਇਸੇ ਤਰ੍ਹਾਂ ਬਲਜੀਤ ਜੀ ਇੱਕ ਹੋਰ ਕੁਐਸਚਨ ਆ ਰਿਹਾ ਮੇਰੇ ਮਾਈਂਡ ਦੇ ਵਿੱਚ ਵੀ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਮੈਡੀਕਲ ਜ਼ਰੂਰੀ ਹੈ ਜਾਂ ਨਹੀਂ? ਜੇ ਲੈਟਸ ਸੇ ਅੱਜ ਮੈਂ ਹੈਲਥੀ ਹਾਂ, ਮੈਂ ਇੰਸ਼ੋਰੈਂਸ ਕਰਾ ਲਈ, ਕੱਲ੍ਹ ਨੂੰ ਮੈਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ, ਕੀ ਮੇਰੇ ਪ੍ਰੀਮੀਅਮ 'ਤੇ, ਕੀ ਮੇਰੀ ਇੰਸ਼ੋਰੈਂਸ 'ਤੇ, ਜਾਂ ਕੀ ਮੈਨੂੰ ਕੰਪਨੀ ਜਵਾਬ ਦੇ ਸਕਦੀ ਹੈ, ਜਾਂ ਕਿ ਮੇਰੀ ਇੰਸ਼ੋਰੈਂਸ ਬਰਕਰਾਰ ਰਹੂਗੀ? ਹਾਂਜੀ, ਇੰਸ਼ੋਰੈਂਸ ਬਕਾਇਦਾ ਤੌਰ 'ਤੇ ਬਰਕਰਾਰ ਰਹੂਗੀ ਕਰਕੇ ਉਹਦੇ ਵਿੱਚ ਜਦੋਂ ਆਪਾਂ ਇਨੀਸ਼ੀਅਲੀ ਇੰਸ਼ੋਰੈਂਸ ਕਰਾਈ ਸੀ ਉਸ ਡੇਟ ਵਿੱਚ ਆਪਾਂ ਨੂੰ ਕੁਐਸਚਨ ਪੁੱਛੇ ਗਏ ਸੀ, ਆਪਣਾ ਕਹਿ ਲਓ ਵੀ ਮੈਡੀਕਲ ਵੀ ਜੇ ਅਗਰ ਹੋਇਆ ਸੀ, ਉਹਨਾਂ ਕੋਲ ਸਾਰੀ ਰਿਪੋਰਟ ਕੰਪਨੀ ਦੇ ਕੋਲ ਚਲੇ ਗਈ ਆ। ਸੋ ਇੱਕ ਬਕਾਇਦਾ ਤੌਰ 'ਤੇ ਆਪਾਂ ਜਦੋਂ ਇੰਸ਼ੋਰੈਂਸ ਕਰਾਉਂਦੇ ਆ, ਕੰਪਨੀ ਆਪਾਂ ਨੂੰ ਇੱਕ ਬੁੱਕਲੈਟ ਦਿੰਦੀ ਆ ਜਿਹਦੇ ਵਿੱਚ ਕੰਟਰੈਕਟ ਆਪਣਾ ਤਾਂ ਕੰਪਨੀ ਦੇ ਵਿਚਕਾਰ ਹੁੰਦਾ ਹੈ ਵੀ ਹਾਂਜੀ ਇਹਦੀਆਂ ਟਰਮ ਕਿੰਨੀਆਂ ਆ, ਆਪਾਂ ਕਵਰੇਜ ਕਿੰਨੀ ਲਈ ਆ, ਕਿੰਨੀ ਏਜ ਤੱਕ ਆਪਾਂ ਕਵਰ ਹੋ, ਰਾਈਟ। ਉਹਦੇ ਵਿੱਚ ਸਾਰਾ ਕੁਝ ਡਿਸਕਲੋਜ਼ ਕੀਤਾ ਜਾਂਦਾ ਆ। ਹੁਣ ਜੇ ਆਪਾਂ ਕਹਿ ਲਓ ਵੀ 5 ਸਾਲ ਆਪਾਂ ਨੂੰ ਇੰਸ਼ੋਰੈਂਸ ਲਈ ਨੂੰ ਹੋ ਗਏ ਆ, ਆਪਣੇ ਆਪਾਂ ਨੂੰ ਹੈਲਥ ਹੋਣੇ ਇਸ਼ੂ ਆਉਣੇ ਸ਼ੁਰੂ ਹੋ ਜਾਂਦੇ ਆ, ਰਾਈਟ। ਨੈਚੁਰਲੀ ਆਪਾਂ ਥੋੜਾ ਜਿਹਾ ਓਲਡ ਹੋ ਰਹੇ ਆ ਤੇ ਜਿਹੜੀ ਆਪਣੀ ਕਹਿ ਲਓ ਵੀ ਜਿਹੜੀ ਬਾਡੀ ਮਸ਼ੀਨਰੀ ਆ ਉਹਦੇ ਵਿੱਚ ਨੁਕਸ ਪੈਣੇ ਸ਼ੁਰੂ ਹੋ ਜਾਂਦੇ ਆ। ਸੋ ਉਹਦੇ ਵਿੱਚ ਕੰਪਨੀ ਜਿਹੜੀ ਇੰਸ਼ੋਰੈਂਸ ਕੰਪਨੀ ਉਹ ਆਪਾਂ ਨੂੰ ਇਦਾਂ ਨਹੀਂ ਕਹਿ ਸਕਦੀ ਵੀ ਅਸੀਂ ਹੁਣ ਤੁਹਾਨੂੰ ਇੰਸ਼ੋਰੈਂਸ ਨਹੀਂ ਦੇਣੀ ਹੈਗੀ, ਰਾਈਟ। ਜਾਂ ਜਿਹੜਾ ਤੁਹਾਡਾ ਕੰਟਰੈਕਟ ਸਾਡੇ ਵਿੱਚ ਆਪਾਂ ਕੰਟਰੈਕਟ ਕੀਤਾ ਸੀਗਾ, ਅਸੀਂ ਉਸ ਕੰਟਰੈਕਟ ਦੇ ਵਿੱਚੋਂ ਇਹਨੂੰ ਐਕਸਪਾਇਰ ਕਰ ਦਿਓ ਜਾਂ ਇਹਨੂੰ ਕੈਂਸਲ ਕਰ ਦਿਓ, ਦੇ ਕੈਨ ਨਾਟ ਡੂ ਦੈਟ, ਰਾਈਟ। ਕਰਕੇ ਇੱਕ ਵਾਰੀ ਕੰਟਰੈਕਟ ਬਣ ਗਿਆ ਦੈਟਸ ਅ ਪਰਮਨੈਂਟ ਕੰਟਰੈਕਟ, ਡਿਪੈਂਡਿੰਗ ਔਨ ਦਾ ਟਰਮ ਆਪਾਂ ਕਿੰਨੀ ਲਈ ਆ, ਕਿਹੜੀ ਕਵਰੇਜ ਲਈ ਆ। ਪਰ ਕੰਟਰੈਕਟ ਜਿਹੜਾ ਆ ਡਜ਼ਨਟ ਮੈਟਰ ਹੈਲਥ ਨੂੰ ਕੀ, ਤੇ ਇਹ ਦੈਟਸ ਅਨਦਰ ਰੀਜ਼ਨ ਆਪਾਂ ਕਹਿੰਦੇ ਆ ਤੁਸੀਂ ਇੰਸ਼ੋਰੈਂਸ ਉਦੋਂ ਲਓ ਜਦੋਂ ਤੁਸੀਂ ਹੈਲਥੀ ਹੋ। ਜੀ ਬਿਲਕੁਲ। ਇੱਕ ਤੁਸੀਂ ਅਰਲੀ ਇੱਕ ਟਰਮੀਨੋਲੋਜੀ ਆਈ ਸੀ ਬੈਨੀਫੀਸ਼ਰੀ, ਹਾਂਜੀ, ਜਿਹੜਾ ਜਦੋਂ ਆਪਾਂ ਕਲੇਮ ਲੈਣਾ ਹੈਗਾ ਤਾਂ ਇੱਕ ਬੈਨੀਫੀਸ਼ਰੀ ਹੁੰਦਾ ਜਿਹਨੂੰ ਉਹ ਕਲੇਮ ਮਿਲਦਾ ਹੈਗਾ। ਸੋ ਬੈਨੀਫੀਸ਼ਰੀ ਕੌਣ ਹੋ ਸਕਦਾ, ਕੀ ਉਹ ਚੇਂਜ ਕੀਤਾ ਜਾ ਸਕਦਾ, ਕੀ ਮਲਟੀ ਬੈਨੀਫੀਸ਼ਰੀ ਹੋ ਸਕਦੇ ਜਾਂ ਸਿਰਫ ਇੱਕ ਬੰਦਾ ਹੀ ਜਾਂ ਇੱਕ ਪਰਸਨ ਹੀ ਬੈਨੀਫੀਸ਼ਰੀ ਹੋ ਸਕਦਾ? ਹਾਂਜੀ, ਅਗੇਨ ਬੈਨੀਫੀਸ਼ਰੀ ਜਿਹੜਾ ਪਰਸਨ ਆ ਉਹ ਆਪਣੀ ਚੋਇਸ ਦਾ ਆਪਾਂ ਪਿਕ ਕਰ ਸਕਦੇ ਹਾਂ। ਦੂਸਰਾ ਕੁਐਸਚਨ ਆ ਵੀ ਆਪਾਂ ਚੇਂਜ ਐਨੀ ਟਾਈਮ ਕਰ ਸਕਦੇ ਹਾਂ। ਇਫ ਜਦੋਂ ਤੁਸੀਂ ਐਪਲੀਕੇਸ਼ਨ ਭਰੀ ਆ, ਜਦੋਂ ਬ੍ਰੋਕਰ ਥੋੜੀ ਨੌਲੇਜ ਰੱਖਦਾ ਹੋਵੇ ਵੀ ਉਹਨਾਂ ਨੇ ਜਿਹੜੀ ਬੈਨੀਫੀਸ਼ਰੀ ਟਾਈਪ ਆ ਉਹ ਕਿਹੜੀ ਪਿਕ ਕੀਤੀ ਆ। ਇੱਕ ਇਹਦੇ ਵਿੱਚ ਬੈਨੀਫੀਸ਼ਰੀ ਟਾਈਪ ਆ ਜਾਂਦਾ ਵਾ ਜਿਵੇਂ ਵੀ ਕੈਨ ਚੇਂਜ ਐਟ ਐਨੀ ਟਾਈਮ, ਇਜ਼ ਅਪ ਟੂ ਅਸ। ਜਿਹੜਾ ਪਾਲਿਸੀ ਓਨਰ ਆ ਪਰਸਨ, ਉਹ 'ਤੇ ਡਿਪੈਂਡ ਕਰਦਾ ਵੀ ਉਹਨੇ ਕਿਹੜਾ ਨਾਮ ਉਹਨੇ ਚੇਂਜ ਕਰਾਉਣਾ ਆ। ਜੇ ਆਪਾਂ ਪਿਕ ਕਰ ਲਈ ਆ ਵੀ ਦੂਸਰੀ ਵੀ ਜਿਹੜੀ ਆਪਾਂ ਚੇਂਜ ਨਹੀਂ ਕਰਾ ਸਕਦੇ ਹੈਗੇ, ਉਸ ਕਹਿ ਲਓ ਵੀ ਬੈਨੀਫੀਸ਼ਰੀ ਟਾਈਪ ਦੇ ਵਿੱਚ ਆਪਾਂ ਨੂੰ ਬੈਨੀਫੀਸ਼ਰੀ ਦੀ ਪਰਮਿਸ਼ਨ ਲੈਣੀ ਪੈਂਦੀ ਆ
ਵੀ ਤੁਸੀਂ ਅਗਰੀ ਹੋ ਸਾਡੇ ਨਾਲ, ਅਸੀਂ ਵੀ ਤੁਹਾਡਾ ਨੇਮ ਕੱਢ ਕੇ ਹੁਣ ਅਸੀਂ ਹੋਰ ਪਰਸਨ ਦਾ ਨੇਮ ਕਰਾਉਣਾ ਚਾਹੁੰਦੇ ਹਾਂ। ਅਗਰ ਉਹ ਕਹਿੰਦੇ ਆ ਵੀ ਨੋ ਆਈ ਡੋਂਟ ਅਗਰੀ, ਐਂਡ ਇਹ ਸਾਡੇ ਦੇਖਣ ਵਿੱਚ ਬਹੁਤ ਆਇਆ ਹੈ ਕਈ ਵਾਰੀ ਆਪਣੀ ਵਜੀ ਕਹਿ ਲਓ ਵੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਬ੍ਰੋਕ ਹੋ ਜਾਂਦੀ, ਫੈਮਲੀਜ਼ ਬ੍ਰੇਕ ਹੋ ਰਹੀਆਂ ਆ, ਡਿਵੋਰਸ ਹੋ ਜਾਂਦਾ ਹੈ, ਸੈਪਰੇਸ਼ਨ ਹੋ ਗਈ ਆ। ਉਸ ਹਾਲਤ ਦੇ ਵਿੱਚ ਜਿਹੜਾ ਬੈਨੀਫਿਸ਼ਰੀ ਆ ਉਹ ਡਿਸਾਈਡ ਕਰ ਸਕਦਾ ਆ ਵੀ ਅਗਰ ਉਹਨਾਂ ਨੇ ਰੋਂਗ ਟਾਈਪ ਬੈਨੀਫਿਸ਼ਰੀ ਪਿਕ ਕੀਤਾ ਆ ਤੇ ਉਹਦੇ ਵਿੱਚ ਉਹਦਾ ਜਿਹੜਾ ਡਿਸੀਜ਼ਨ ਆ ਉਹ ਕਹਿ ਸਕਦਾ ਹੈ ਵੀ ਨਹੀਂ ਮੈਂ ਚੇਂਜ ਨਹੀਂ ਕਰਨ ਦੇਣਾ ਤੁਹਾਨੂੰ ਬੈਨੀਫਿਸ਼ਰੀ ਨੇ। ਪਰ ਸੋ ਇਹ ਬੜਾ ਜ਼ਰੂਰੀ ਆ ਜਦੋਂ ਵੀ ਤੁਸੀਂ ਆਪਣੇ ਬ੍ਰੋਕਰ ਦੇ ਨਾਲ ਬੈਠਦੇ ਆ ਉਹਨਾਂ ਨੂੰ ਇਹ ਜ਼ਰੂਰ ਡਿਸਕਲੋਜ਼ ਕਰੋ ਵੀ ਮੇਰਾ ਜਿਹੜਾ ਬੈਨੀਫਿਸ਼ਰੀ ਆ ਮੈਂ ਉਹ ਟਾਈਪ ਲੈਣਾ ਚਾਹੁੰਦਾ ਆ ਜਿਹਦੇ ਵਿੱਚ ਮੇਰੇ ਕੋਲ 100% ਕੰਟਰੋਲ ਆ, ਮੈਂ ਚੇਂਜ ਕਰ ਲਵਾਂ ਐਨੀ ਟਾਈਮ। ਹੁਣ ਤੁਹਾਡਾ ਤੀਜਾ ਕੁਐਸਚਨ ਸੀਗਾ ਵਾ ਜਿਵੇਂ ਇਹਦੇ ਵਿੱਚ ਆਪਾਂ ਜਿਹੜੇ ਪਰਸੈਂਟੇਜ ਆ ਕੈਨ ਬੀ ਪਿਕ ਮੋਰ ਦੈਨ 1%। ਹਾਂਜੀ, ਇਹਦੇ ਵਿੱਚ ਆਪਾਂ ਜਿਹੜੇ ਆ ਬੈਨੀਫਿਸ਼ਰੀ ਜਿੰਨੇ ਆਪਾਂ ਚਾਹੁੰਦੇ ਆਪਾਂ ਪਿਕ ਕਰ ਸਕਦੇ ਹਾਂ ਤੇ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਆਪਾਂ ਪਰਸੈਂਟੇਜ ਪਾ ਦਿੰਦੇ ਆ ਵੀ ਅਗਰ ਆਪਣੇ ਕੋਲ 2 ਬੈਨੀਫਿਸ਼ਰੀ ਆ ਆਪਾਂ ਕਹਿੰਦੇ ਆ ਵੀ ਮੈਂ ਆਪਣੇ ਬੱਚਿਆਂ ਦੇ ਨਾਂ ਥੱਲੇ ਪਾਲਿਸੀ ਜਿਹੜੀ ਆ ਉਹਨਾਂ ਨੂੰ ਬੈਨੀਫਿਟ ਹੋਣਾ ਚਾਹੀਦਾ ਆ ਕਰਕੇ ਆਪਾਂ ਜਿਹੜੀ ਆ ਲੈਗਸੀ ਛੱਡ ਕੇ ਜਾਣਾ ਚਾਹੁੰਦੇ ਆ ਆਪਣੀ ਲਾਈਫ ਦੇ ਵਿੱਚ ਆਪਣੇ ਬੱਚਿਆਂ ਵਾਸਤੇ। ਸੋ ਦਿਸ ਇਜ਼ ਵਾਟ ਆਈ ਕਾਲ ਅ ਸਟੇਟ ਪਲੈਨਿੰਗ। ਸੋ ਉਹਦੇ ਵਿੱਚ ਆਪਾਂ ਅਗਰ 2 ਬੱਚੇ ਆਪਾਂ 50% ਉਹਨਾਂ ਦਾ ਪਾ ਸਕਦੇ ਹਾਂ। ਆਪਾਂ ਇਦਾਂ ਵੀ ਕਰ ਸਕਦੇ ਹਾਂ ਵੀ ਆਪਣੇ ਸਪਾਊਸ ਨੂੰ ਆਪਾਂ 50% ਦਿੰਨੇ ਆ ਤੇ ਦੂਸਰਾ 50% ਜਿਹੜਾ ਆਪਾਂ ਬੱਚਿਆਂ ਨੂੰ ਵੀ ਪਿਕ ਕਰ ਸਕਦੇ ਹਾਂ। ਜੀ ਬਹੁਤ ਵਧੀਆ, ਬਹੁਤ ਇੰਪੋਰਟੈਂਟ ਕੁਐਸਚਨ ਸੀਗਾ। ਕਈ ਵਾਰੀ ਇਹ ਸਾਡੇ ਜਿਹੜੇ ਦੇਖਣ ਸੁਣਨ ਵਾਲੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ। ਮੇਰੀ ਵੀ ਕਈ ਵਾਰੀ ਗੱਲਬਾਤ ਹੋਈ ਹੈ ਕਿ ਬੈਨੀਫਿਸ਼ਰੀ ਚੇਂਜ ਨਹੀਂ ਕੀਤਾ ਜਾ ਸਕਦਾ ਜਾਂ ਇੱਕ ਤੋਂ ਵੱਧ ਬੈਨੀਫਿਸ਼ਰੀ ਰੱਖੇ ਜਾ ਸਕਦੇ ਆ। ਬਿਲਕੁਲ ਜਿਹੜਾ ਤੁਸੀਂ ਕੁਐਸਚਨ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਹੈਗਾ। ਇੱਕ ਤੁਸੀਂ ਗੱਲਬਾਤ ਕਰ ਰਹੇ ਸੀਗੇ ਕਿ ਜਦੋਂ ਆਪਾਂ ਟਰਮ ਇੰਸ਼ੋਰੈਂਸ ਕਰਦੇ ਹਾਂ, ਟਰਮ ਇੰਸ਼ੋਰੈਂਸ ਆਪਣੀ ਕਿਉਂਕਿ ਜਿਹਦੇ ਨਾਂ ਤੋਂ ਹੀ ਪਤਾ ਕਿ 20 ਸਾਲ ਦੀ ਹੈ ਜਾਂ 15 ਸਾਲ ਦੀ ਹੈ ਜਾਂ 25 ਸਾਲ ਦੀ ਆ, ਕੀ ਇਹਨੂੰ ਅਸੀਂ 100 ਸਾਲ ਤੱਕ ਜਾਣੀ ਜੇ ਆਪਾਂ 100 ਦੀ ਏਜ ਤੱਕ ਜਾਂ 100 ਈਅਰ ਤੱਕ ਕਰਨੀ ਹੋਵੇ ਵੀ ਉਹ ਹੋ ਸਕਦੀ ਹੈ? ਇਹਨੂੰ ਜਿਵੇਂ ਆਪਾਂ ਇਹਨੂੰ ਤੁਸੀਂ ਕੀ ਨਾਂ ਦਿੰਦੇ ਹੋ, ਟਰਮ 200 ਇੰਸ਼ੋਰੈਂਸ ਹੈ ਨਾ। ਸੋ ਇਹ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ ਵੀ ਜੇ ਅੱਜ ਪਹਿਲਾਂ ਮੈਂ 20 ਸਾਲ ਦੀ ਕਰਾਈ ਸੀ, ਅੱਜ ਮੈਂ ਮਾਈਂਡ ਚੇਂਜ ਕਰ ਲਿਆ ਕਿ ਨਹੀਂ ਮੈਨੂੰ 100 ਈਅਰ ਤੱਕ ਮੈਂ ਕਰਾਉਣੀ ਆ। ਉਹਦੇ 'ਚ ਇਹ ਵੀ ਹੋ ਸਕਦਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕੋਈ ਮੈਡੀਕਲ ਕੰਡੀਸ਼ਨ ਵੀ ਆ ਸਕਦੀ ਹੈਗੀ ਆ ਕਿ ਕੀ ਮੇਰਾ ਦੁਬਾਰਾ ਮੈਡੀਕਲ ਹੋਊਗਾ ਜਾਂ ਉਸੇ ਇੰਸ਼ੋਰੈਂਸ ਨੂੰ ਹੀ ਕੰਟੀਨਿਊ ਰੱਖਿਆ ਜਾਊਗਾ ਜਾਂ ਕਿਸ ਤਰ੍ਹਾਂ ਵਰਕ ਕਰਦੀ ਹੈ ਜਦੋਂ ਆਪਾਂ ਟਰਮ 200 ਕਰਨੀ ਹੋਵੇ ਤਾਂ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਸੋ ਜਦੋਂ ਆਪਾਂ ਟਰਮ ਇੰਸ਼ੋਰੈਂਸ ਲੈਂਦੇ ਆ ਡਿਪੈਂਡ ਕਰਦਾ ਆ ਜੀ ਵੀ ਆਪਾਂ ਕਿਹੜਾ ਪਲਾਨ ਰਹਿ ਰਹੇ, ਕਿਹੜੀ ਕੰਪਨੀ ਦੇ ਨਾਲ ਆਪਾਂ ਜਾ ਰਹੇ ਹਾਂ। ਕਿਉਂਕਿ ਇਨੀਸ਼ੀਅਲੀ ਅਗਰ ਤੁਸੀਂ ਸੋਚ ਰਹੇ ਹੋ ਵੀ ਮੈਂ ਜਿਹੜੀ ਕੈਸ਼ ਵੈਲਿਊ ਵਾਲੀ ਪਾਲਿਸੀ ਆ ਜਾਂ ਲਿਮਿਟਡ ਪੇ ਜਿਹੜੀ ਪਾਲਿਸੀ ਆ ਉਹ ਪਲਾਨ ਮੈਂ ਨਹੀਂ ਲੈਣਾ ਚਾਹੁੰਦਾ। ਅਗੇਨ ਇੱਥੇ ਬ੍ਰੋਕਰ ਨੇ ਤੁਹਾਡੀ ਹੈਲਪ ਕਰਨੀ ਆ ਕਰਕੇ ਤੁਹਾਡੇ ਕੋਲ ਕਹਿ ਲਓ ਵੀ ਇੰਸ਼ੋਰੈਂਸ ਨੂੰ ਲੈ ਕੇ ਇੰਨੀ ਨੌਲੇਜ ਨਹੀਂ ਹੈਗੀ। ਜਿਹੜਾ ਐਕਸਪਰਟ ਪਰਸਨ ਤੁਹਾਡੇ ਨਾਲ ਬੈਠਾ ਆ ਉਹਦੀ ਜੌਬ ਇਹਦੇ ਵਿੱਚ ਬਣ ਜਾਂਦੀ ਆ ਵੀ ਮੇਰਾ ਜਿਹੜਾ ਇਹ ਕਲਾਇੰਟ ਆ ਪਹਿਲਾਂ ਤਾਂ ਇਹਦੀ ਨੀਡ ਕੀ ਆ ਤੇ ਜਿਹੜੀ ਮੈਂ ਇੰਸ਼ੋਰੈਂਸ ਦੇਣੀ ਚਾਹੁੰਦਾ ਆ ਕਿਉਂਕਿ ਇਹਨਾਂ ਦੀ ਫੈਮਿਲੀ ਹਿਸਟਰੀ ਦੇਖ ਲਓ ਵੀ ਥੋੜ੍ਹੀ ਜਿਹੀ ਰਿਸਕੀ ਹੈਗੀ ਆ। ਸੋ ਮੈਂ ਅੱਜ ਤੋਂ ਇੰਸ਼ੋਰੈਂਸ ਦੇਣੀ ਚਾਹੁੰਦਾ ਆ ਇਹਨਾਂ ਨੂੰ ਵੀ ਇਹਨਾਂ ਦੀ ਸਾਰੀ ਏਜ ਲਈ ਕਵਰ ਹੋ ਜਾਣ। ਪਰ ਜਿਹੜੀ ਕਾਸਟ ਆਫ ਇੰਸ਼ੋਰੈਂਸ ਉਹ ਥੋੜ੍ਹਾ ਜਿਹਾ ਆਪਾਂ ਮਨ ਵਿੱਚ ਰੱਖ ਕੇ ਆਪਾਂ ਕਹਿੰਦੇ ਆ ਅਗਰ ਆਪਾਂ ਹੋਲ ਲਾਈਫ ਇਹਨਾਂ ਨੂੰ ਦਿੰਦੇ ਆ ਜਾਂ ਆਪਾਂ ਕਹਿ ਲਓ ਵੀ ਯੂਨੀਵਰਸਲ ਲਾਈਫ ਆ ਇੰਸ਼ੋਰੈਂਸ ਆ ਜਾਂ ਲਿਮਿਟਡ ਪੇ ਵਾਲੀ ਇੰਸ਼ੋਰੈਂਸ ਆ, ਕੋਈ ਵੀ ਕਿਸਮ ਲੈ ਲਓ ਵੀ ਆਪਣੀ ਪਰ ਪਰਮਾਨੈਂਟ ਇੰਸ਼ੋਰੈਂਸ ਆਪਾਂ ਦੇ ਰਹੇ ਆ, ਆਪਾਂ ਉਸ ਨੂੰ ਇਹਦੇ ਵਿੱਚ ਆਪਾਂ ਕਹਿੰਦੇ ਆ ਵੀ ਨਹੀਂ ਤੁਹਾਡੇ ਵਾਸਤੇ ਜਿਹੜਾ ਪਲਾਨ ਆ ਆਪਾਂ ਜਿਹੜੀ ਬਜਟ ਆ ਤੁਹਾਡਾ ਉਹਨੂੰ ਥੱਲੇ ਰੱਖਣਾ ਚਾਹੁੰਦੇ ਆ ਵੀ ਕਾਸਟ ਆਫ ਇੰਸ਼ੋਰੈਂਸ ਜਿਹੜੀ ਥੋੜੀ ਘੱਟ ਰਵੇ ਪਰ ਤੁਸੀਂ ਇੰਟਰਸਟਿਡ ਨਹੀਂ ਹੈਗੇ ਕੈਸ਼ ਵੈਲਿਊ ਦੇ ਵਿੱਚ। ਕਹਿੰਦੇ ਵੀ ਮੈਂ ਬਲਜੀਤ ਜੀ ਵੀ ਮੈਨੂੰ ਪਤਾ ਕੀ ਆ ਮੈਂ ਉਹਦੇ ਵਿੱਚ ਪੈਸਾ ਕੱਢਣਾ ਚਾਹੁੰਦਾ ਨਹੀਂ ਹੈਗਾ, ਮੇਰੀ ਸਿਰਫ ਇੱਦਾਂ ਹੈ ਵੀ ਮੇਰੀ ਕਾਸਟ ਜਿਹੜੀ ਆ ਉਹ ਥੋੜੀ ਰੱਖੋ ਪਰ ਮੈਨੂੰ ਕਵਰ ਸਾਰੀ ਲਾਈਫ ਲਈ ਰੱਖ ਦਿਓ, ਰਾਈਟ। ਸੋ ਆਪਾਂ ਉਹਨਾਂ ਪੀਪਲਾਂ ਨੂੰ ਜਿਹੜੀ ਆ ਵੀ ਇਹ ਇੰਸ਼ੋਰੈਂਸ ਟਰਮ 100 ਆਪਾਂ ਇਹਦੇ ਵਿੱਚ ਉਹਨਾਂ ਨੂੰ ਆਫਰ ਕਰਦੇ ਆ ਤੇ ਸਾਰੀ ਲਾਈਫ ਲਈ ਉਹ ਕਵਰ ਹੋ ਗਿਆ। ਕੋਈ ਵੀ ਉਹਨਾਂ ਨੂੰ ਹੈਲਥ ਇਸ਼ੂ ਲੇਟਰ ਔਨ ਆਉਂਦਾ ਆ ਡਜ਼ਨਟ ਮੈਟਰ। ਐਂਡ ਆਲਸੋ ਆਪਾਂ ਮੇਕ ਸ਼ੋਰ ਕਰ ਦਿੱਤਾ ਇੱਕ ਕਿਸਮ ਦੀ ਉਹਨਾਂ ਨੂੰ ਗਰੰਟੀ ਦੇ ਦਿੱਤੀ ਆ ਅਗਰ ਤੁਸੀਂ ਇਹ ਜਿਹੜਾ ਪਲਾਨ ਆ ਸ਼ੁਰੂ ਕਰਾਇਆ $100 ਤੇ ਇਹ ਮੀਨ ਵੀ ਸਾਰੀ ਲਾਈਫ ਲਈ ਟਰਮ ਟੂ 100
ਇਹ ਜਿਹੜਾ ਆਪਣਾ ਕਹਿ ਲਓ ਵੀ ਪ੍ਰੀਮੀਅਮ ਆ ਉਸਨੇ ਚੇਂਜ ਨਹੀਂ ਹੋਣਾ ਹੈਗਾ। ਹੈਲਥ ਤੁਹਾਡੀ ਚੇਂਜ ਹੋ ਗਈ ਆ ਫਿਰ ਵੀ ਪ੍ਰੀਮੀਅਮ ਨੇ ਚੇਂਜ ਨਹੀਂ ਹੋਣਾ। ਤੇ ਤੀਸਰੀ ਗਾਰੰਟੀ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ claim ਜਿਹੜਾ ਆ ਉਹ 100% is going to be paid to the beneficiary in this case, and there's no cash value with this. So it's like a permanent insurance but in a term 100 ਜੀ। ਬਹੁਤ ਵਧੀਆ ਤੁਸੀਂ ਜਿਹੜਾ ਐਕਸਪਲੇਨ ਕੀਤਾ ਹੈਗਾ ਬਲਜੀਤ ਜੀ। ਔਰ ਆਪਾਂ ਕਾਫੀ ਜਿਹੜੀ ਅੱਜ ਗੱਲਬਾਤ ਕੀਤੀ ਹੈ ਲਾਈਫ ਇੰਸ਼ੋਰੈਂਸ ਬਾਰੇ, ਜਸਟ ਲਾਈਕ ਇੱਕ ਪੱਖ ਆਪਾਂ ਇੰਸ਼ੋਰੈਂਸ ਦਾ ਟੱਚ ਕੀਤਾ, ਲਾਈਫ ਇੰਸ਼ੋਰੈਂਸ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਹੋਰ ਬਹੁਤ ਸਾਰੀਆਂ ਇੰਸ਼ੋਰੈਂਸਸ ਹਨ ਮਾਰਕੀਟ ਦੇ ਵਿੱਚ ਜੋ ਸਾਨੂੰ ਚਾਹੀਦੀਆਂ ਵੀ ਹਨ, ਅਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ, ਇੱਕ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ ਕਿਉਂਕਿ ਅੱਜ ਜਿਹੜਾ ਸਾਡਾ ਸਮਾਂ ਆਲਮੋਸਟ ਸਮਾਪਤੀ ਵਾਲਾ। ਸੋ ਬਲਜੀਤ ਜੀ ਮੇਰਾ ਲਾਸਟ ਕੁਐਸਚਨ ਹੈ ਕਿ ਆਪਾਂ ਜਿਹੜੀ ਜ਼ਿਕਰ ਕੀਤਾ ਜਿੰਨੇ ਵੀ ਟਾਈਪਸ ਆਫ ਇੰਸ਼ੋਰੈਂਸ ਦਾ, ਸੋ ਸਾਰਿਆਂ ਨੂੰ ਵਧੀਆ ਇੰਸ਼ੋਰੈਂਸ, ਸਾਰਿਆਂ ਨੂੰ ਬੈਸਟ ਇੰਸ਼ੋਰੈਂਸ ਕਿਹੜੀ ਹੈਗੀ ਹੈ ਜੇ ਕਿਸੇ ਨੇ ਡਿਸਾਈਡ ਕਰਨਾ ਹੋਵੇ? ਪਰ ਅਸੀਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਸਾਡਾ ਕੋਈ ਤੁਹਾਡੇ 'ਤੇ ਠੋਸਿਆ ਫੈਸਲਾ ਨਹੀਂ ਆ। ਤੁਸੀਂ ਆਪਦੇ ਜਿਹੜਾ ਹੈਗਾ ਹਿਸਾਬ ਦੇ ਨਾਲ ਤੁਸੀਂ ਦੇਖਣਾ ਕਿ ਆਪਦੀ ਲੋੜ ਮੁਤਾਬਕ ਤੁਸੀਂ ਦੇਖਣਾ ਹੈਗਾ ਵੀ ਕਿਸ ਤਰ੍ਹਾਂ ਜਿਹੜੀ ਹੈਗੀ ਆ ਇੰਸ਼ੋਰੈਂਸ, ਤੁਹਾਨੂੰ ਕਿੰਨੀ ਕੁ ਇੰਸ਼ੋਰੈਂਸ ਚਾਹੀਦੀ ਵੀ ਹੈ ਜਾਂ ਨਹੀਂ, ਇਹ ਤੁਸੀਂ ਆਪ ਫੈਸਲਾ ਕਰਨਾ। ਅਸੀਂ ਸਿਰਫ ਤੁਹਾਨੂੰ ਕੁਛ ਅਵੇਅਰਨੈਸ, ਕੁਛ ਐਜੂਕੇਸ਼ਨ, ਕੁਛ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਕੁਛ ਜਿਹੜਾ ਪਾਲਿਸੀਜ਼ ਹੈਗੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਕੀ ਇਹਦੇ ਬੈਨੀਫਿਟ ਨੇ, ਕਿਹੜੀਆਂ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਜਦੋਂ ਅਸੀਂ ਇੰਸ਼ੋਰੈਂਸ ਲੈਣੀ ਹੈ। ਸੋ ਬਲਜੀਤ ਜੀ ਬੈਸਟ ਟਾਈਪ ਕੀ ਹੈ ਇਹਨਾਂ ਸਾਰੀਆਂ ਇੰਸ਼ੋਰੈਂਸ ਜਿਹੜੀਆਂ ਜਿੰਨੇ ਵੀ ਤੁਸੀਂ ਪਾਲਿਸੀ ਜ਼ਿਕਰ ਕੀਤਾ ਹੁਣ ਤੱਕ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਸੋ ਜਿੱਦਾਂ ਇੰਸ਼ੋਰੈਂਸ ਆਪਾਂ ਮੈਂਸ਼ਨ ਕੀਤਾ ਵੀ ਇੰਸ਼ੋਰੈਂਸ ਇਜ਼ ਅ ਬਿਗ ਪਾਰਟ ਆਫ ਯੋਰ ਫਾਈਨੈਂਸ਼ੀਅਲ ਪਲੈਨਿੰਗ, ਇਜ਼ ਬੇਸਿਕਲੀ ਫੰਡਾਮੈਂਟਲ ਆਫ ਫਾਈਨੈਂਸ਼ੀਅਲ ਪਲੈਨਿੰਗਸ। ਸੋ ਇਹਦੇ ਵਿੱਚ ਜਦੋਂ ਆਪਾਂ ਇੰਸ਼ੋਰੈਂਸ ਜਦੋਂ ਆਪਾਂ ਸਾਰੀਆਂ ਇੰਸ਼ੋਰੈਂਸ ਐਕਸਪਲੇਨ ਕਰ ਦਿੱਤੀਆਂ, ਸੋ ਹੁਣ ਕੁਐਸਚਨ ਉੱਠਦਾ ਆ ਵੀ ਮੇਰੇ ਲਈ ਬੈਸਟ ਇੰਸ਼ੋਰੈਂਸ ਕਿਹੜੀ ਆ, ਰਾਈਟ? ਸੋ ਹੁਣ ਇਜ਼ ਅਗੇਨ ਜਿੱਦਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਆ ਕਿ ਇਟਸ ਵੈਰੀ ਪਰਸਨਲ, ਕਿਉਂਕਿ ਜੇ ਹਰੇਕ ਚੀਜ਼ ਦੀ ਜਿਹੜੀ ਪਰਸਨ ਦੀ ਜਿਹੜੀ ਪਰਸਨਲ ਸਿਚੁਏਸ਼ਨ ਆ, ਉਹਨਾਂ ਦੀ ਏਜ ਹੋ ਲਓ ਵੀ ਉਹਨਾਂ ਨੇ ਸਮੋਕ ਕਰਦੇ ਆ ਔਰ ਇਜ਼ ਨਾਨ ਸਮੋਕਰ ਹੀ ਔਰ ਸ਼ੀ, ਉਹਨਾਂ ਦੀ ਹੈਲਥ ਕਿਵੇਂ ਆ, ਉਹਨਾਂ ਦੀਆਂ ਲਾਇਬਿਲਟੀਜ਼ ਕਿਵੇਂ ਆ, ਉਹਨਾਂ ਦੇ ਸਪਾਊਸ ਜਿਹੜੇ ਉਹ ਕੰਮ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿ ਹੀ ਔਰ ਸ਼ੀ ਇਜ਼ ਦਾ ਮੇਨ ਬ੍ਰੈਡ ਵਿਨਰ ਆ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਪ੍ਰੋਪਰ ਤੌਰ 'ਤੇ ਨੀਡ ਐਨਾਲਿਸਿਸ ਕਰਕੇ ਦੇਖਦੇ ਹਾਂ, ਅਸੀਂ ਦੇਖਦੇ ਹਾਂ ਵੀ ਓਕੇ ਹੁਣ ਇਹਨਾਂ ਦੀ ਜਿਹੜੀ ਨੀਡ ਆ, ਇਹਨਾਂ ਦੀ ਮੌਰਗੇਜ ਜਿਹੜੀ ਸਿਰ 'ਤੇ ਆ, ਇਹਨਾਂ ਨੇ 25 years ਜਾਂ 30 years ਡਿਪੈਂਡਿੰਗ ਔਨ ਕਿਹੜੀ ਇਹਨਾਂ ਨੇ ਐਮਰਟਾਈਜੇਸ਼ਨ ਲਈ ਆ। ਸੋ ਇਹ ਜਿਹੜੀ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹਾਂ ਉਹਨਾਂ ਵਾਸਤੇ ਸਾਰੀ ਲਾਈਫ ਲਈ ਆਪਾਂ ਇੰਸ਼ੋਰੈਂਸ ਲੈ ਕੇ ਆਪਾਂ ਕਹਿੰਦੇ ਹਾਂ ਵੀ ਜਾਂ ਤਾਂ ਇਹਨਾਂ ਦੇ ਵਰਕਿੰਗ ਈਅਰ ਜਿਹੜੇ ਆ ਕਵਰ ਕਰ ਦਈਏ ਡਿਪੈਂਡਿੰਗ ਔਨ ਦੇਅਰ ਬਜਟ। ਅਗਰ ਉਹ ਕਹਿੰਦੇ ਵੀ ਅਸੀਂ ਬਲਜੀਤ ਸਾਡੀ ਜਿਹੜੀ ਨੀਡ ਆ ਹੈਗੀ ਆ, ਸਾਡੀ ਜਿਹੜੀ ਅਸੀਂ ਕਹਿ ਲਓ ਵੀ ਬਜਟ ਜਿਹੜਾ ਆ we have a cash flow that we can maybe per $150 or $200 ਇਹਦੇ ਪਲਾਨ ਜਿਹੜਾ ਵੀ ਤੁਸੀਂ ਦਓਗੇ, ਬਟ ਵੀ ਵੱਧ ਤੋਂ ਵੱਧ ਕਵਰੇਜ ਲੈਣੀ ਚਾਹੁੰਦੇ ਆ ਕਰਕੇ ਅਗੇਨ ਡਾਊਨ ਦ ਰੋਡ ਜਿੱਦਾਂ ਆਪਾਂ ਮੈਂਸ਼ਨ ਕੀਤਾ ਵੀ ਅਗਰ ਮੈਨੂੰ ਕੋਈ ਮੇਰੀ ਹੈਲਥ ਚੇਂਜ ਹੋ ਜਾਂਦੀ ਆ, ਸੋ ਮੇਰੇ ਕੋਲ ਆਪਸ਼ਨ ਹੈਗਾ ਆ ਅੱਜ ਮੈਂ ਆਪਣੇ ਆਪ ਨੂੰ ਕਵਰ ਸਿਰਫ ਕਰਾ ਰਿਹਾ ਆ, ਆਈ ਗੈਟ ਦ ਟਰਮ ਇੰਸ਼ੋਰੈਂਸ। 35 ਸਾਲ ਦਾ ਪਰਸਨ ਆ ਅਤੇ ਆਪਾਂ ਕਹਿੰਦੇ ਹਾਂ ਵੀ ਤੁਸੀਂ ਲੀਸਟ 30 ਸਾਲ ਦੀ ਇੰਸ਼ੋਰੈਂਸ ਲੈ ਕੇ ਤਾਂ ਜ਼ਰੂਰ ਚੱਲੋ ਜੀ। ਸੋ ਤੁਹਾਡੇ ਵਰਕਿੰਗ ਈਅਰ ਕਵਰ ਹੋ ਗਏ, ਟਰਮ ਲੈ ਲਓ ਅੱਜ ਇੰਸ਼ੋਰੈਂਸ, ਅਤੇ ਉਹਦੇ ਵਿੱਚ ਜਿਹੜੀ ਆਪਾਂ ਕਵਰੇਜ ਆ ਲੀਸਟ ਤੁਸੀਂ $1 million ਦੀ ਇੰਸ਼ੋਰੈਂਸ ਲੈ ਕੇ ਜ਼ਰੂਰ ਚੱਲੋ। ਇਜ਼ ਦੈਟ ਬਿਕਾਜ਼ ਦ ਮੌਰਗੇਜ ਦੇਅਰ ਲਾਇਬਿਲਟੀ ਇਜ਼ ਅ ਬਿਗਰ। ਸੋ ਵੀ ਵਾਂਟ ਟੂ ਮੇਕ ਸ਼ੋਰ ਇੰਸ਼ੋਰੈਂਸ ਲਈ ਦਾ ਤਾਂਹੀਓ ਫਾਇਦਾ ਹੋਊਗਾ ਅਗਰ ਆਪਾਂ ਜਿਹੜਾ ਕਲੇਮ ਆ ਉਹ ਪੇਡ ਹੋਊਗਾ। ਜੇ ਆਪਾਂ ਕਹਿੰਦੇ ਵੀ ਅਸੀਂ ਇੰਸ਼ੋਰੈਂਸ 1 ਲੱਖ ਦੀ ਲੈਣੀ ਆ ਅਤੇ ਆਪਣੀ ਜਿਹੜੀ ਕਹਿ ਲਓ ਲਾਇਬਿਲਟੀ $1 million ਦੀ ਆ, ਦੈਨ ਆਈ ਸੇ ਯੂ ਨੋ ਵਾਟ, ਡੋਂਟ ਵੇਸਟ ਮਾਈ ਟਾਈਮ ਔਰ ਡੋਂਟ ਵੇਸਟ ਯੋਰ ਟਾਈਮ ਈਦਰ, ਬਿਕਾਜ਼ 1 ਲੱਖ ਦੇ ਨਾਲ ਜੇ ਹੁਣ ਆਪਾਂ 20 ਸਾਲਾਂ 'ਤੇ ਜਾਈਏ ਵਜੀ 1 ਲੱਖ ਦੀ ਜਿਹੜੀ ਵੈਲਿਊ ਆ ਇਜ਼ ਨਥਿੰਗ ਜੀ। ਆਪਾਂ ਯੂਨੀਵਰਸਿਟੀਆਂ ਦਾ ਖਰਚਾ ਹੀ ਦੇਖਦੇ ਹਾਂ ਬੱਚਿਆਂ ਵਾਸਤੇ। ਸੋ ਡਿਪੈਂਡ ਕਰਦਾ ਵੀ ਤੁਹਾਡੀ ਨੀਡ ਕੀ ਆ, ਤੁਸੀਂ ਇੰਸ਼ੋਰੈਂਸ ਕਿਉਂ ਲੈ ਰਹੇ ਆ,
ਤੇ ਉੱਥੇ ਆਪਾਂ ਜਿਹੜਾ ਬਰੋਕਰ ਬੈਠਾ ਤੁਹਾਡੇ ਨਾਲ ਬੈਠਾ ਜਾਂ ਬੈਠੀ, he or she that can show you, we basically trying to show you, ਜਿੱਦਾਂ ਆਪਣੀ ਕਹਿ ਲਓ ਵੀ ਫਿਲਮ ਦੀ ਤਰ੍ਹਾਂ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਅੱਗੇ 50 ਸਾਲ ਜੀ। ਵੀ ਜੇ ਅਗਰ ਇਹ ਚੀਜ਼ ਹੁੰਦੀ ਆ ਤੁਹਾਡੀ ਲਾਈਫ ਦੀ ਫਿਲਮ ਦੇ ਵਿੱਚ ਤਾਂ ਇਹਦਾ ਸੋਲੂਸ਼ਨ ਅਸੀਂ ਅੱਜ ਪ੍ਰੋਵਾਈਡ ਕਰ ਰਹੇ ਹਾਂ। ਬਿਲਕੁਲ ਬਲਜੀਤ ਜੀ, ਰਿਐਲਿਟੀ ਹੈ ਕਿਉਂਕਿ ਹਰ ਇੱਕ ਬੰਦੇ ਨੇ ਏਜ ਦੇ ਹਿਸਾਬ ਨਾਲ ਜਾਣਾ, ਔਰ ਜੇਕਰ ਅਚਾਨਕ ਇਹ ਸਾਡਾ ਜਿਹੜਾ ਹੈਗਾ ਵਿਛੋੜਾ ਪੈਂਦਾ, ਜਿਹੜੀ ਹੈਗੀ ਆ ਜੀਵਨ ਸਾਂਝ ਟੁੱਟਦੀ ਆ, ਤਾਂ ਪਿੱਛੇ ਜਿਹੜੇ ਤੁਹਾਡੇ ਲਵਡ ਵਨ ਹੈਗੇ ਆ ਕਮ ਸੇ ਕਮ ਉਹਨਾਂ ਨੂੰ ਜਿਹੜੇ ਹੈਗੇ ਆ ਆਪਾਂ ਜਿਹੜੀ ਛੱਤ ਤਾਂ ਛੱਡ ਕੇ ਜਾ ਸਕਦੇ ਹਾਂ। ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਬ੍ਰੈਡ ਐਂਡ ਬਟਰ ਫਿਰ ਵੀ ਚੱਲਦਾ ਰਹੂਗਾ। ਇੱਕ ਵੱਡਾ ਜਿਹੜਾ ਖਰਚਾ ਹੈਗਾ ਉਹ ਘਰ ਦਾ, ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਰੀਅਲ ਸਟੇਟ ਇਸ ਵੇਲੇ ਬਹੁਤ ਸਿਖਰਾਂ 'ਤੇ ਆ ਅਤੇ ਪ੍ਰਾਈਸਿਸ ਬਹੁਤ ਹਾਈ ਨੇ, ਔਰ ਜਿਹੜੀਆਂ ਲਾਇਬਿਲਿਟੀਜ਼ ਤੁਹਾਡੇ ਦੇ ਉੱਤੇ ਆ ਉਹ ਬਹੁਤ, ਇਹਨਾਂ ਨੂੰ ਕਵਰ ਜ਼ਰੂਰ ਕਰਕੇ ਰੱਖੋ ਥੋੜ੍ਹੇ ਜਿਹੇ ਪੈਸੇ ਦੇ ਕੇ। ਜਿੰਨੀ ਕੁ ਮੌਰਗੇਜ ਤੁਹਾਡੇ ਸੈਰ ਆ, ਜਿੰਨੇ ਕੁ ਤੁਹਾਡੇ ਲੱਗਦਾ ਕਿ ਇੰਨੇ ਕੁ ਪੈਸੇ ਬੱਚਿਆਂ ਦੀ ਯੂਨੀਵਰਸਿਟੀ ਵਾਸਤੇ ਚਾਹੀਦੇ ਆ, ਸੋ ਉਨੀ ਜਿਹੜੀ ਲਾਈਫ ਇੰਸ਼ੋਰੈਂਸ ਆ ਥੋੜ੍ਹੇ ਜਿਹੇ ਪੈਸੇ ਦੇ ਕੇ ਅਸੀਂ ਆਪਦਾ ਜਿਹੜਾ ਆਉਣ ਵਾਲਾ ਭਵਿੱਖ ਆ, ਜੇ ਤੁਸੀਂ ਨਾ ਹੋਵੋਗੇ ਤਾਂ ਜਿਹੜਾ ਉਹ ਤੁਹਾਡਾ ਲਵਡ ਵਨ ਹੈਗੇ ਆ ਉਹ ਵਧੀਆ ਜ਼ਿੰਦਗੀ ਜਿਉਂ ਸਕਦੇ ਆ। ਸੋ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਪੰਛੀ ਝਾਤ ਪਾਉਣ ਦੀ ਇਹਦੇ ਉੱਤੇ, ਲਾਈਫ ਇੰਸ਼ੋਰੈਂਸ ਉੱਤੇ। ਬਹੁਤ ਵੱਡਾ ਟੌਪਿਕ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਔਰ ਜੇਕਰ ਤੁਸੀਂ ਬਲਜੀਤ ਢੀਂਡਸਾ ਜੀ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਕਰੀਨ 'ਤੇ ਨੰਬਰ ਆ ਰਹੇ ਨੇ, ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਤੁਹਾਡਾ ਪ੍ਰੋਗਰਾਮ ਦੇਖਣ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ। ਅਗਲੇ ਹਫ਼ਤੇ ਤੱਕ ਅਸੀਂ ਇੱਕ ਤੁਹਾਡੇ ਲਈ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਾਰਿਆਂ ਦਾ ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ।